सब भैन भाइयों ਨੂੰ ਜੈ ਮਸੀਹ ਦੀ। ਸੋ ਅੱਜ ਅਸੀਂ ਬਪਤਿਸਮੇ ਨਾਲ ਸੰਬੰਧਿਤ ਅਸੀਂ ਕੁਝ ਸਵਾਲਾਂ ਦੇ ਉੱਤੇ ਗੌਰ ਕਰਾਂਗੇ। ਸੋ ਸਾਡੇ ਵਿੱਚ ਪ੍ਰਭੂ ਦੇ ਦਾਸ ਬ੍ਰਦਰ ਮਨੀ ਗਿੱਲ ਜੀ ਆ, ਅਸੀਂ ਬਪਤਿਸਮੇ ਦੇ ਵਿਸ਼ੇ 'ਚ ਉਹਨਾਂ ਨਾਲ ਸਵਾਲ ਜਵਾਬ ਕਰਾਂਗੇ। ਸੋ ਬ੍ਰਦਰ, ਮੇਰਾ ਸਵਾਲ ਹੈ ਕਿ ਜਿਸ ਤਰ੍ਹਾਂ ਮਸੀਹ ਸਮਾਜ ਦੇ ਵਿੱਚ ਛਿੱਟੇ ਵਾਲਾ ਬਪਤਿਸਮਾ ਦਿੱਤਾ ਜਾਂਦਾ ਹੈ, ਕੀ ਇਹ ਬਪਤਿਸਮਾ ਦੇਣਾ ਵਚਨ ਦੇ ਅਨੁਸਾਰ ਹੈ? ਇਸ ਬਾਰੇ ਥੋੜਾ ਖੋਲ ਕੇ ਇਸ ਦੇ ਵਿੱਚ ਸਭ ਤੋਂ ਪਹਿਲੀ ਚੀਜ਼ ਪਤਾ ਕੀ ਆ, ਜਦੋਂ ਅਸੀਂ ਪ੍ਰਭੂ ਦੇ ਵਚਨ ਨੂੰ ਪੜ੍ਹਦੇ ਹਾਂ, ਪਹਿਲਾ ਪਤਰਸ ਦੂਸਰਾ ਅਧਿਆਇ ਉਸ ਦਾ 21 ਵਚਨ ਦੇ ਵਿੱਚ ਲਿਖਿਆ ਆ ਕਿ ਤੁਸੀਂ ਪ੍ਰਭੂ ਯੀਸ਼ੂ ਮਸੀਹ ਦੀ ਪੈੜ ਦੇ ਉੱਤੇ ਤੁਰੋ, ਔਰ ਇੰਗਲਿਸ਼ ਦੀ ਬਾਈਬਲ 'ਚ ਲਿਖਿਆ ਆ ਕਿ ਫੋਲੋ ਹਿਸ ਸਟੈਪਸ, ਕਿ ਉਹਦੇ ਨਕਸ਼ੇ ਕਦਮ ਦੇ ਉੱਤੇ ਤੁਸੀਂ ਚੱਲਣਾ ਹੈ। ਔਰ ਯਹੂਨਾ ਦੀ ਅੰਜੀਲ 13 ਅਧਿਆਇ ਉਸ ਦੀ 15 ਆਇਤ ਨੂੰ ਜਦੋਂ ਅਸੀਂ ਪੜ੍ਹਦੇ ਹਾਂ, ਜਿਸ ਸਮੇਂ ਪ੍ਰਭੂ ਯੀਸ਼ੂ ਮਸੀਹ ਨੇ ਆਪਣੇ ਚੇਲਿਆਂ ਦੇ ਪੈਰ ਧੋਤੇ ਆ, ਤਾਂ ਉੱਥੇ ਵੀ ਪ੍ਰਭੂ ਯੀਸ਼ੂ ਮਸੀਹ ਨੇ ਕਿਹਾ ਕਿ ਮੈਂ ਤੁਹਾਨੂੰ ਇੱਕ ਨਮੂਨਾ ਦੇ ਛੱਡਿਆ ਆ ਤੇ ਹੁਣ ਤੁਸੀਂ ਇਸ ਤਰ੍ਹਾਂ ਹੀ ਕਰਨਾ ਹੈ ਨਾ। ਇੰਗਲਿਸ਼ ਦੀ ਬਾਈਬਲ ਵਿੱਚ ਹੁੰਦਾ ਹੈ ਕਿ ਆਈ ਹੈਵ ਸੈਟ ਐਨ ਐਗਜ਼ਾਮਪਲ ਬਿਫੋਰ ਯੂ। ਸੋ ਜੋ ਐਗਜ਼ਾਮਪਲ ਪ੍ਰਭੂ ਯੀਸ਼ੂ ਮਸੀਹ ਨੇ ਸਾਡੇ ਅੱਗੇ ਸੈੱਟ ਕੀਤੀ ਹੈ, ਜੋ ਪ੍ਰਭੂ ਯੀਸ਼ੂ ਮਸੀਹ ਦਾ ਨਕਸ਼ੇ ਕਦਮ ਹੈ, ਸੋ ਇੱਕ ਵਿਸ਼ਵਾਸੀ ਨੇ ਉਹਦੇ ਉੱਤੇ ਚੱਲਣਾ ਹੈ। ਸੋ ਜਦੋਂ ਗੱਲ ਹੁੰਦੀ ਹੈ ਬਪਤਿਸਮੇ ਦੀ ਕਿ ਕਿਹੜਾ ਬਪਤਿਸਮਾ ਵਚਨ ਦੇ ਅਨੁਸਾਰ ਆ, ਤਾਂ ਉਹਦਾ ਇੱਕ ਸਿੰਪਲ ਜਿਹਾ ਉਹਦਾ ਜਵਾਬ ਹੈ ਕਿ ਜੋ ਪ੍ਰਭੂ ਯੀਸ਼ੂ ਮਸੀਹ ਨੇ ਲਿਆ ਬਪਤਿਸਮਾ, ਜਿਸ ਤਰ੍ਹਾਂ ਪ੍ਰਭੂ ਯੀਸ਼ੂ ਮਸੀਹ ਨੇ ਸਾਨੂੰ ਇੱਕ ਐਗਜ਼ਾਮਪਲ ਦਿੱਤੀ ਹੈ, ਇੱਕ ਨਮੂਨਾ ਦਿੱਤਾ ਹੈ, ਠੀਕ ਹੈ ਨਾ। ਪ੍ਰਭੂ ਯੀਸ਼ੂ ਮਸੀਹ ਨੇ ਕਿਹੜਾ ਬਪਤਿਸਮਾ ਲਿਆ? ਡੁਬਕੀ ਵਾਲਾ ਬਪਤਿਸਮਾ ਲਿਆ। ਤਾਂ ਜਦੋਂ ਪ੍ਰਭੂ ਯੀਸ਼ੂ ਮਸੀਹ ਨੇ ਡੁਬਕੀ ਵਾਲਾ ਬਪਤਿਸਮਾ ਲਿਆ ਆ, ਤਾਂ ਉੱਥੋਂ ਫਿਰ ਸਾਨੂੰ, ਮੈਂ ਸਮਝਦਾ ਕਿ ਕੋਈ ਕਨਫਿਊਜ਼ਨ ਨਹੀਂ ਰਹਿ ਜਾਣਾ ਚਾਹੀਦਾ ਕਿ ਅਸੀਂ ਕਿਹੜਾ ਬਪਤਿਸਮਾ ਲੈਣਾ ਆ, ਅਸੀਂ ਡੁਬਕੀ ਵਾਲਾ ਬਪਤਿਸਮਾ ਲੈਣਾ ਆ ਜਾਂ ਛਿੱਟੇ ਵਾਲਾ ਬਪਤਿਸਮਾ ਲੈਣਾ ਆ। ਇਹਦੇ ਵਿੱਚ ਮੈਂ ਨਹੀਂ ਸਮਝਦਾ ਕਿ ਕੋਈ ਕਨਫਿਊਜ਼ਨ ਵਾਲੀ ਕੋਈ ਗੱਲ ਰਹਿ ਜਾਂਦੀ ਹੈ, ਕਿਉਂਕਿ ਜੋ ਪ੍ਰਭੂ ਯੀਸ਼ੂ ਮਸੀਹ ਨੇ ਜਿਸ ਤਰ੍ਹਾਂ ਕੀਤਾ ਅਸੀਂ ਤਾਂ ਉਸ ਤਰ੍ਹਾਂ ਕਰਨਾ ਹੈ, ਕਿਉਂਕਿ ਵਚਨ ਕਹਿ ਰਿਹਾ ਕਿ ਉਹਦੀ ਪੈੜ ਉੱਤੇ ਤੁਰੋ। ਹਾਂਜੀ। ਸੋ ਬ੍ਰਦਰ, ਫਿਰ ਇਸ ਛਿੱਟੇ ਵਾਲੇ ਬਪਤਿਸਮੇ ਦੀ ਸ਼ੁਰੂਆਤ ਕਿਸ ਤਰ੍ਹਾਂ ਹੋਈ? ਸੋ ਜਿਸ ਸਮੇਂ ਅਸੀਂ ਛਿੱਟੇ ਵਾਲਾ ਬਪਤਿਸਮਾ ਜੋ ਆ ਉਸ ਦੀ ਸ਼ੁਰੂਆਤ ਦੀ ਅਸੀਂ ਗੱਲ ਕਰਦੇ ਹਾਂ, ਹਾਂਜੀ, ਤਾਂ ਇਹਦੀ ਸ਼ੁਰੂਆਤ ਹੁੰਦੀ ਆ ਜਦੋਂ ਕੌਂਸਟੈਂਟਾਈਨ ਜੋ ਇੱਕ ਰੋਮੀ ਸਮਰਾਟ ਹੋਇਆ ਆ, ਤਾਂ ਜਦੋਂ ਉਹ ਮਤਲਬ ਮਸੀਹੀ ਹੋ ਜਾਂਦਾ ਹੈ, ਕਿਉਂਕਿ ਉਹਨੇ ਪ੍ਰਭੂ ਯੀਸ਼ੂ ਮਸੀਹ ਨੂੰ ਕਬੂਲ ਕੀਤਾ ਔਰ ਉਹ ਇੱਕ ਮਸੀਹ ਸਮਾਜ ਦੇ ਵਿੱਚ ਆ ਗਿਆ। ਹਾਂਜੀ, ਕੌਂਸਟੈਂਟਾਈਨ ਜੋ ਰੋਮੀ ਸਮਰਾਟ ਸੀਗਾ, ਠੀਕ ਹੈ। ਤਾਂ ਉਸ ਸਮੇਂ ਜੋ ਆ ਉਹਨਾਂ ਨੇ ਜਦੋਂ ਮਸੀਹ ਧਰਮ ਨੂੰ ਕਬੂਲ ਕੀਤਾ, ਤਾਂ ਮਸੀਹ ਧਰਮ ਦੇ ਵਿੱਚ ਜਦੋਂ ਉਹਨਾਂ ਨੇ ਦੇਖਿਆ ਕਿ ਜੋ ਵੀ ਸਾਨੂੰ ਇਹਦੇ ਜੋ ਰੀਤੀ ਰਿਵਾਜ ਆ, ਜੋ ਰਸਮ ਰਿਵਾਜ ਆ, ਸਾਨੂੰ ਪੂਰੇ ਕਰਨੇ ਪੈਣੇ ਆ। ਹਾਂਜੀ, ਸਮਝੇ ਨਾ। ਉਸ ਸਮੇਂ ਜਦੋਂ ਉਹਨਾਂ ਨੇ ਬਪਤਿਸਮੇ ਨੂੰ ਦੇਖਿਆ ਕਿ ਇਹਦੇ ਵਿੱਚ ਡੁਬਕੀ ਲਾਉਣੀ ਪੈਂਦੀ ਆ ਇੱਕ ਬਪਤਿਸਮੇ ਦੀ ਇੱਕ ਰਸਮ ਨਿਭਾਉਣ ਵਾਸਤੇ, ਹਾਂਜੀ, ਤਾਂ ਉਸ ਸਮੇਂ ਡੁਬਕੀ ਲਾਉਂਦੇ ਸਮੇਂ ਉਹਨਾਂ ਨੂੰ ਆਪਣਾ ਜੋ ਸਿਰ ਦੇ ਉੱਪਰ ਜੋ ਉਹਨਾਂ ਦਾ ਇੱਕ ਤਾਜ ਸੀਗਾ, ਉਹ ਤਾਜ ਉਹਨਾਂ ਨੂੰ ਉਤਾਰਨਾ ਪੈਣਾ ਸੀਗਾ। ਠੀਕ ਹੈ। ਤਾਂ ਸਿਰ ਦਾ ਤਾਜ ਉਤਾਰਨਾ ਉਹਨਾਂ ਨੂੰ ਆਪਣੀ ਸ਼ਾਨ ਦੇ ਖਿਲਾਫ ਨਜ਼ਰ ਆਇਆ ਕਿ ਅਸੀਂ ਇੱਕ ਇਸ ਧਰਮ ਦੀ ਰੀਤ ਨੂੰ ਪੂਰਾ ਕਰਨ ਦੇ ਲਈ ਅਸੀਂ ਆਪਣਾ ਤਾਜ ਆਪਣੇ ਸਿਰ ਤੋਂ ਉਤਾਰੀਏ। ਇਹ ਚੀਜ਼ ਉਹਨਾਂ ਨੂੰ ਜਚੀ ਨਹੀਂ। ਸਹੀ ਗੱਲ। ਤਾਂ ਉਸ ਸਮੇਂ ਫਿਰ ਉਹਨਾਂ ਨੇ ਇਹ ਚੀਜ਼ ਸੋਚੀ ਕਿ ਅਸੀਂ ਇੱਕ ਇਹੋ ਜਿਹਾ ਤਰੀਕਾ ਲੱਭੀਏ ਕਿ ਜਿਹਦੇ ਨਾਲ ਮਤਲਬ ਇਹ ਰਸਮ ਵੀ ਅਦਾ ਹੋ ਜੇ, ਪੂਰੀ ਹੋ ਜੇ, ਤੇ ਉਹ ਸਾਡਾ ਤਾਜ ਵੀ ਜਿਹੜਾ ਆ ਉਹ ਸਾਨੂੰ ਸਿਰ ਤੋਂ ਉਤਾਰਨਾ ਨਾ ਪਵੇ। ਠੀਕ। ਇਸ ਤਰੀਕੇ ਨਾਲ ਉਹਨਾਂ ਨੇ ਫਿਰ ਇੱਕ ਐਸਾ ਤਰੀਕਾ ਲੱਭਿਆ ਕਿ ਇੱਕ 4 ਛਿੱਟੇ ਮਾਰੋ ਪਾਣੀ ਦੇ, ਤੋ ਇਹਦੇ ਨਾਲ ਇਸ ਰਸਮ ਨੂੰ ਪੂਰਾ ਕਰ ਦੋ। ਸੋ ਛਿੱਟੇ ਵਾਲੇ ਬਪਤਿਸਮੇ ਦੀ ਸ਼ੁਰੂਆਤ ਇਸ ਤਰੀਕੇ ਨਾਲ ਹੁੰਦੀ ਆ, ਜਦੋਂ ਰੋਮੀ ਸਮਰਾਟ ਜਦੋਂ ਉਹਨਾਂ ਨੂੰ ਬਪਤਿਸਮਾ ਲੈਣ ਦੀ ਵਾਰੀ ਆਈ, ਉਹਨਾਂ ਨੇ ਤਾਜ ਉਤਾਰਨ ਦੀ ਬਜਾਏ ਉਹਨਾਂ ਨੇ ਡੁਬਕੀ ਦੇ ਬਪਤਿਸਮੇ ਨੂੰ ਇੱਕ ਛਿੱਟੇ ਵਾਲੇ ਬਪਤਿਸਮੇ ਦੇ ਰੂਪ ਵਿੱਚ ਕੀ ਕਰ ਦਿੱਤਾ, ਉਹਨਾਂ ਨੇ ਬਦਲ ਦਿੱਤਾ। ਇੱਥੋਂ ਮਤਲਬ ਇੱਕ ਸ਼ੁਰੂਆਤ। ਕਿਸ ਆਇਤ ਨੂੰ ਲੈ ਕੇ ਚੀਜ਼ ਦਾ ਆਧਾਰ ਬਣਾਉਂਦੇ ਆ ਕਿ ਅਸੀਂ ਛਿੱਟੇ ਵਾਲਾ ਬਪਤਿਸਮਾ ਦੇਣਾ? ਇਹ ਜੋ ਆਇਤ ਲੈਂਦੇ ਆ, ਜੋ ਛਿੱਟੇ ਵਾਲਾ ਬਪਤਿਸਮਾ ਆ, ਇਸ ਦੇ ਵਾਸਤੇ ਉਹ ਲੈਂਦੇ ਆ ਹਿਜਕੀਏਲ 36 ਅਧਿਆਇ ਉਸ ਦਾ 25 ਵਚਨ ਨੂੰ, ਜਿਸ ਦੇ ਵਿੱਚ ਲਿਖਿਆ ਆ ਪਰਮੇਸ਼ਰ ਕਹਿ ਰਿਹਾ ਕਿ ਮੈਂ ਜੋ ਆਪਣਾ ਨਿਰਮਲ ਜਲ ਕੀ ਕਰਾਂਗਾ, ਉਹਨਾਂ ਉਹਦੇ ਉੱਤੇ ਛਿੜਕਾਂਗਾ। ਸੋ ਇਹ ਉਸ ਨਿਰਮਲ ਜਲ ਦੇ ਛਿੜਕਣ ਦਾ ਜੋ ਵਚਨ ਆ, ਉਸ ਨੂੰ ਜੋੜਦੇ ਆ ਇਹ ਛਿੱਟੇ ਵਾਲੇ ਬਪਤਿਸਮੇ ਦੇ ਨਾਲ। ਠੀਕ ਹੈ। ਕਿ ਮਤਲਬ ਇਹ ਭਵਿੱਖਬਾਣੀ ਪਹਿਲਾਂ ਹੀ ਹੋ ਚੁੱਕੀ ਸੀ ਛਿੱਟੇ ਵਾਲੇ ਬਪਤਿਸਮੇ ਦੀ। ਹਾਂਜੀ। ਪਰ ਇੱਥੇ ਇੱਕ ਸਵਾਲ ਹੈ ਕਿ ਜੇ ਇਹ ਛਿੱਟੇ ਵਾਲਾ ਬਪਤਿਸਮੇ ਦੀ ਭਵਿੱਖਬਾਣੀ ਆ, ਤਾਂ ਫਿਰ ਇਸ ਭਵਿੱਖਬਾਣੀ ਦੇ ਅਨੁਸਾਰ ਯਹੋਨਾ ਬਪਤਿਸਮਾ ਦੇਣ ਵਾਲੇ ਨੂੰ ਕਿਹੜਾ ਬਪਤਿਸਮਾ ਦੇਣਾ ਚਾਹੀਦਾ ਸੀਗਾ? ਛਿੱਟੇ ਵਾਲਾ। ਪਰ ਯਹੋਨਾ ਬਪਤਿਸਮਾ ਦੇਣ ਵਾਲੇ ਨੇ ਜਦੋਂ ਬਪਤਿਸਮੇ ਦੇਣੇ ਸ਼ੁਰੂ ਕੀਤੇ, ਤਾਂ ਉਹਨੇ ਡੁਬਕੀ ਵਾਲਾ ਬਪਤਿਸਮਾ ਦੇਣਾ ਸ਼ੁਰੂ ਕੀਤਾ।
ਸਹੀ ਹੈ। ਪਰ ਜੇ ਅਗਰ ਭਵਿੱਖਬਾਣੀ ਹੁੰਦੀ ਛਿੱਟੇ ਵਾਲੇ ਬਪਤਿਸਮੇ ਦੀ, ਤਾਂ ਯਹੂਨਾ ਨਬੀ ਨੂੰ ਜ਼ਰੂਰ ਇਹਦੇ ਬਾਰੇ ਪਤਾ ਹੁੰਦਾ, ਸਹੀ ਗੱਲ। ਕਿਉਂਕਿ ਯਹੂਨਾ ਵਚਨ ਜਾਣਨ ਵਾਲਾ ਵਿਅਕਤੀ ਸੀਗਾ। ਉਹਨੇ ਉਜਾੜਾ ਦੇ ਵਿੱਚ ਇਸ ਤਰ੍ਹਾਂ ਹੀ ਟਾਈਮ ਪਾਸ ਨਹੀਂ ਕੀਤਾ, ਕਿਉਂਕਿ ਉਹ ਆਪਣੇ ਆਪ ਨੂੰ ਕੀ ਕਹਿ ਰਿਹਾ ਕਿ ਮੈਂ ਇੱਕ ਉਜਾੜ ਵਿੱਚ ਇੱਕ ਹੋਕਾ ਦੇਣ ਵਾਲੀ ਆਵਾਜ਼ ਹੈ, ਕਿਉਂਕਿ ਉਹਨੂੰ ਪਤਾ ਇਹ ਇੱਕ ਵਚਨ ਆ, ਇੱਕ ਭਵਿੱਖਬਾਣੀ ਆ ਜਿਹੜੀ ਮੇਰੇ ਵਿੱਚ ਪੂਰੀ ਹੋ ਰਹੀ ਹੈ। ਹਾਂਜੀ। ਸੋ ਇਸ ਕਰਕੇ ਇਹ ਜਿਹੜੀ ਭਵਿੱਖਬਾਣੀ ਪੂਰੀ ਤਰ੍ਹਾਂ ਮਤਲਬ ਜਿਸ ਤਰ੍ਹਾਂ ਇਹਨੂੰ ਕਿਹਾ ਜਾਂਦਾ ਹੈ ਕਿ ਇਹ ਛਿੱਟੇ ਵਾਲੇ ਬਪਤਿਸਮੇ ਦੀ ਭਵਿੱਖਬਾਣੀ ਹੈ, ਤੇ ਉਹ ਪੂਰੀ ਤਰ੍ਹਾਂ ਗਲਤ ਹੈ। ਨਾਲੇ ਪ੍ਰਭੂ ਯੀਸ਼ੂ ਵੀ ਦੂਜਾ ਬਪਤਿਸਮਾ ਲੈ ਰਿਹਾ, ਡੁਬਕੀ ਵਾਲਾ। ਪ੍ਰਭੂ ਯੀਸ਼ੂ ਮਸੀਹ ਨੇ ਖੁਦ ਡੁਬਕੀ ਵਾਲਾ ਬਪਤਿਸਮਾ ਲਿਆ ਹੈ। ਔਰ ਇਹ ਜਿਹੜਾ ਜਲ ਦੀ ਗੱਲ ਹੋ ਰਹੀ ਹੈ, ਨਿਰਮਲ ਜਲ ਉਹਨਾਂ ਦੇ ਉੱਤੇ ਛਿੜਕਾਂਗਾ, ਹਾਂਜੀ, ਇਹ ਮਤਲਬ ਸਿਰਫ ਕੀ ਹੈ ਕਿ ਉਦਾਹਰਨ ਦੇ ਤੌਰ ਤੇ ਲਿਆ ਜਾ ਰਿਹਾ, ਕਿਉਂਕਿ ਗਿਣਤੀ 19 ਅਧਿਆਇ ਨੂੰ ਜਦੋਂ ਤੁਸੀਂ ਪੜੋਗੇ ਨਾ, ਤਾਂ ਉੱਥੇ ਇੱਕ ਅਸ਼ੁੱਧਤਾਈ ਦੂਰ ਕਰਨ ਵਾਲਾ ਇੱਕ ਜਲ ਦੀ ਉੱਥੇ ਗੱਲ ਹੋ ਰਹੀ ਹੈ। ਇਹ ਪੂਰਾ ਚੈਪਟਰ ਉਹਦੇ ਉੱਤੇ ਹੀ ਆ ਠੀਕ ਕਿ ਹੈ। ਜਿਹੜਾ ਇੱਕ ਨਿਰਮਲ ਜਲ ਆ, ਇੱਕ ਅਸ਼ੁੱਧਤਾਈ ਦੂਰ ਕਰਨ ਵਾਲਾ ਜੋ ਜਲ ਆ, ਹਾਂਜੀ, ਤਾਂ ਉਹ ਜਲ ਤਿਆਰ ਕੀਤਾ ਜਾਂਦਾ ਸੀਗਾ। ਉਹ ਕਿਸ ਤਰ੍ਹਾਂ ਤਿਆਰ ਕੀਤਾ ਜਾਂਦਾ ਸੀ, ਉਹ ਤੁਸੀਂ ਗਿਣਤੀ ਦੀ ਕਿਤਾਬ ਉਸ ਦਾ 19 ਅਧਿਆਇ ਨੂੰ ਪੂਰਾ ਤੁਸੀਂ ਪੜ੍ਹ ਕੇ ਦੇਖ ਸਕਦੇ ਜੀ। ਠੀਕ ਹੈ। ਤਾਂ ਉਸ ਜਲ ਨੂੰ ਫਿਰ ਸਟੋਰ ਕਰਕੇ ਰੱਖ ਲਿਆ ਜਾਂਦਾ ਸੀ ਜਾਜਕਾਂ ਦੇ ਦੁਆਰਾ। ਜਿਸ ਤਰ੍ਹਾਂ ਮੰਨ ਕੇ ਚਲੋ ਜੋ ਪੁਰਾਣਾ ਨਿਯਮ ਦੇ ਵਿੱਚ ਕੁਝ ਨਿਯਮ ਹੁੰਦੇ ਸੀਗੇ, ਕੁਝ ਕਾਇਦੇ ਕਾਨੂੰਨ ਹੁੰਦੇ ਸੀ ਸ਼ਰ੍ਹਾ ਦੇ ਅਨੁਸਾਰ, ਕਿ ਅਗਰ ਇੱਕ ਵਿਅਕਤੀ ਜਿਸ ਤਰ੍ਹਾਂ ਇੱਕ ਲਾਸ਼ ਨੂੰ ਟੱਚ ਹੋ ਜਾਂਦਾ ਸੀ, ਚਾਹੇ ਜਾਨਵਰ ਦੀ ਆ, ਤੇ ਉਹ ਅਸ਼ੁੱਧ ਹੋ ਜਾਂਦਾ ਸੀਗਾ। ਹਾਂਜੀ, ਤਾਂ ਐਸੇ ਕੁਝ ਤਰੀਕੇ ਹੁੰਦੇ ਸੀਗੇ ਜਿਹਦੇ ਕਰਕੇ ਇੱਕ ਵਿਅਕਤੀ ਅਸ਼ੁੱਧ ਮੰਨਿਆ ਜਾਂਦਾ ਸੀਗਾ, ਤਾਂ ਉਸ ਨੂੰ ਫਿਰ ਸ਼ੁੱਧ ਕਰਨ ਵਾਸਤੇ ਕੁਝ ਮੌਕਿਆਂ ਤੇ ਉਹਦੇ ਉੱਤੇ ਉਹ ਜਲ ਛਿੜਕਿਆ ਜਾਂਦਾ ਸੀਗਾ। ਠੀਕ ਹੈ। ਤਾਂ ਉਸ ਚੀਜ਼ ਨੂੰ ਪਰਮੇਸ਼ਰ ਕਹਿ ਰਿਹਾ ਕਿ ਜਿਸ ਤਰ੍ਹਾਂ ਇਸ ਵਿਵਸਥਾ ਦੇ ਅਨੁਸਾਰ ਇੱਕ ਜਲ ਛਿੜਕ ਕੇ ਸ਼ੁੱਧ ਕੀਤਾ ਜਾਂਦਾ ਸੀ, ਤਾਂ ਆਉਣ ਵਾਲੇ ਸਮੇਂ ਦੇ ਵਿੱਚ ਵੀ ਤੁਹਾਡੇ ਉੱਤੇ ਇੱਕ ਜਲ ਛਿੜਕਿਆ ਜਾਏਗਾ। ਸਮਝੇ ਨਾ? ਸੋ ਉਹ ਜਲ ਪਵਿੱਤਰ ਵਚਨ ਵੀ ਆ, ਪਵਿੱਤਰ ਆਤਮਾ ਵੀ ਵਹਾਇਆ ਗਿਆ ਹੈ, ਪ੍ਰਭੂ ਯੀਸ਼ੂ ਮਸੀਹ ਦਾ ਲਹੂ ਸਾਡੇ ਉੱਤੇ ਛਿੜਕਿਆ ਗਿਆ ਹੈ। ਸੋ ਕਿੰਨੀਆਂ ਚੀਜ਼ਾਂ ਖੁਦਾ ਨੇ ਸਾਨੂੰ ਕੀ ਕੀਤਾ, ਦਿੱਤੀਆਂ, ਜਿਨ੍ਹਾਂ ਦੇ ਦੁਆਰਾ ਪ੍ਰਭੂ ਨੇ ਸਾਨੂੰ ਸ਼ੁੱਧ ਕੀਤਾ ਹੈ। ਸਮਝੇ ਨਾ? ਸੋ ਇਸ ਕਰਕੇ ਭਵਿੱਖਬਾਣੀ ਹੈ ਕਲੀਸਿਆ ਵਾਸਤੇ, ਠੀਕ ਆ। ਇਹ ਜਿਹੜਾ ਨਿਰਮਲ ਜਲ ਛਿੜਕਣ ਦੀ ਗੱਲ ਆ, ਇਹ ਕੋਈ ਛਿੱਟੇ ਵਾਲੇ ਬਪਤਿਸਮੇ ਦੀ ਗੱਲ ਨਹੀਂ ਹੋ ਰਹੀ। ਬ੍ਰਦਰ, ਜਿਵੇਂ ਕਿ ਅਸੀਂ ਦੇਖਦੇ ਹਾਂ ਕਿ ਮਸੀਹ ਸਮਾਜ ਦੇ ਵਿੱਚ ਕਈ ਗਰੁੱਪ ਐਸੇ ਖੜੇ ਹੋਏ ਆ ਕਿ ਉਹ ਬੋਲਦੇ ਆ ਕਿ ਡੁਬਕੀ ਵਾਲੇ ਬਪਤਿਸਮੇ ਦੀ ਕੋਈ ਜ਼ਰੂਰਤ ਨਹੀਂ ਹੈਗੀ, ਕਿਉਂਕਿ ਸਾਡੀ ਮੁਕਤੀ ਕਹਿੰਦੇ ਕਿ ਇੱਥੇ ਨਿਰਭਰ ਨਹੀਂ ਹੈ ਬਪਤਿਸਮੇ ਦੇ, ਉਹ ਬਪਤਿਸਮੇ ਤੋਂ ਇਨਕਾਰੀ ਹੋ ਚੁੱਕੇ ਆ। ਇਹਦੇ ਬਾਰੇ ਥੋੜਾ ਦੱਸੋ ਕਿ ਵਚਨ ਕੀ ਬਿਆਨ ਕਰਦਾ? ਦੇਖੋ, ਮੇਰੀ ਵੀ ਮਤਲਬ ਇਸ ਤਰ੍ਹਾਂ ਦੇ ਕੁਝ ਵਿਸ਼ਵਾਸੀਆਂ ਦੇ ਨਾਲ ਕੁਝ ਮੌਕਿਆਂ ਦੇ ਉੱਤੇ ਚਰਚਾ ਹੋਈ ਆ, ਔਰ ਇੱਕ ਵਿਸ਼ਵਾਸੀ ਭੈਣ ਦੇ ਨਾਲ ਮੈਂ ਇਸ ਵਿਸ਼ੇ ਦੇ ਉੱਤੇ ਗੱਲ ਕਰ ਰਿਹਾ ਸੀਗਾ। ਹਾਂਜੀ, ਜਿਹੜੇ ਇੱਕ ਗਰੁੱਪ ਐਸਾ ਖੜਾ ਹੋਇਆ ਜਿਨ੍ਹਾਂ ਦੀ ਪਹਿਚਾਣ ਹੈ ਮਤਲਬ ਕਿ ਸਤਿ ਸ੍ਰੀ ਅਕਾਲ ਵਾਲਾ ਗਰੁੱਪ ਮਸੀਹ ਸਮਾਜ ਦੇ ਵਿੱਚ, ਹਨਾ। ਠੀਕ ਹੈ। ਜਿਹੜੇ ਜੈਮਸੀ ਬੁਲਾਉਣ ਦੀ ਬਜਾਏ ਸਤਿ ਸ੍ਰੀ ਅਕਾਲ ਬੁਲਾਉਂਦੇ ਆ, ਹਨਾ। ਹਾਂਜੀ, ਤਾਂ ਹੋਰ ਵੀ ਕਈ ਚੀਜ਼ਾਂ ਆ, ਮਤਲਬ ਜਿਸ ਕਿ ਉਹ ਹਾਲੇਲੂਇਆ ਸ਼ਬਦ ਵੀ ਉਹ ਨਹੀਂ ਕਲੀਸਿਆ ਵਿੱਚ ਬੋਲਦੇ, ਹਨਾ। ਉਹ ਕਹਿੰਦੇ ਆ ਕਿ ਨਹੀਂ, ਇਹਦਾ ਮਤਲਬ ਹੀ ਨਹੀਂ ਵਿਸ਼ਵਾਸੀਆਂ ਨੂੰ ਪਤਾ, ਤਾਂ ਤੁਸੀਂ ਉਹਨਾਂ ਨੂੰ ਮਤਲਬ ਦੱਸ ਕੇ ਉਹੀ ਬੋਲੋ ਕਿ ਪਰਮੇਸ਼ਰ ਦੀ ਵਡਿਆਈ ਹੋਵੇ। ਹਾਂਜੀ, ਹੋਰ ਵੀ ਕਈ ਮਤਲਬ ਇਸ ਤਰ੍ਹਾਂ ਦੇ ਚੇਂਜਸ ਉਹਨਾਂ ਦੇ ਵਿੱਚ ਆ। ਤਾਂ ਉਸ ਗਰੁੱਪ ਦੀ ਇੱਕ ਵਿਸ਼ਵਾਸੀ ਭੈਣ ਦੇ ਨਾਲ ਮੇਰੀ ਗੱਲਬਾਤ ਹੋਈ ਸੀਗੀ, ਔਰ ਉਹਨਾਂ ਨੇ ਮੈਨੂੰ ਕਿਹਾ ਕਿ ਦੇਖੋ, ਸਾਡਾ ਉद्धार ਜੋ, ਸਾਡੀ ਮੁਕਤੀ ਨਜ਼ਾਤ ਜੋ ਆ, ਉਹ ਕਿਸੇ ਵੀ ਰੀਤੀ ਰਿਵਾਜ ਦੇ ਉੱਪਰ ਆਸਰਿਤ ਨਹੀਂ ਆ। ਠੀਕ ਹੈ। ਕਿ ਮਤਲਬ ਬਪਤਿਸਮਾ ਜੋ ਆ ਇੱਕ ਰੀਤ ਆ, ਇੱਕ ਰਿਵਾਜ ਆ, ਤਾਂ ਸਾਡੀ ਮੁਕਤੀ ਇਹਦੇ ਉੱਪਰ ਡਿਪੈਂਡ ਨਹੀਂ ਕਰਦੀ। ਅਸੀਂ ਪ੍ਰਭੂ ਯੀਸ਼ੂ ਮਸੀਹ ਤੇ ਵਿਸ਼ਵਾਸ ਕਰਨ ਦੇ ਦੁਆਰਾ ਅਸੀਂ ਮੁਕਤੀ ਪਾਉਂਦੇ ਆ, ਹਾਂਜੀ, ਉਹਦੀ ਕਿਰਪਾ ਨਾਲ। ਮੈਂ ਉਸ ਭੈਣ ਨੂੰ ਇੱਕ ਸਵਾਲ ਕੀਤਾ ਸੀਗਾ ਕਿ ਮੈਂ ਕਿਹਾ ਦੇਖੋ ਕਿ ਸਾਡਾ ਜੋ ਸਭ ਤੋਂ ਵੱਡਾ ਧਰਮ ਕੀ ਆ, ਪਰਮੇਸ਼ਰ ਦੇ ਹੁਕਮ ਦੀ ਪਾਲਣਾ ਕਰਨਾ। ਹਾਂਜੀ, ਪਰਮੇਸ਼ਰ ਦੇ ਵਚਨ ਦੀ ਪਾਲਣਾ ਕਰਨਾ, ਉਸਦੇ ਹੁਕਮ ਦੀ ਪਾਲਣਾ ਕਰਨਾ, ਹਨਾ। ਇਹ ਸਾਡਾ ਸਭ ਤੋਂ ਵੱਡਾ ਧਰਮ ਹੈ। ਸਹੀ। ਉਹਨਾਂ ਨੇ ਕਿਹਾ ਕਿ ਹਾਂਜੀ, ਬਿਲਕੁਲ ਸਹੀ ਗੱਲ ਹੈ ਕਿ ਉਹਦੇ ਹੁਕਮਾਂ ਦੀ ਅਸੀਂ ਪਾਲਣਾ ਕਰਨੀ ਹੈ, ਸਮਝੇ, ਅਸੀਂ ਰੀਤੀ ਰਿਵਾਜ ਨਹੀਂ ਪੂਰੇ ਕਰਨੇ। ਮੈਂ ਕਿਹਾ ਠੀਕ ਹੈ। ਤਾਂ ਮੈਂ ਉਸ ਭੈਣ ਨੂੰ ਇਹ ਗੱਲ ਕਹੀ ਕਿ ਦੇਖੋ, ਜਿਹੜਾ ਬਪਤਿਸਮਾ ਆ ਡੁਬਕੀ ਵਾਲਾ, ਕੀ ਉਹ ਪਰਮੇਸ਼ਰ ਦੀ ਆਗਿਆ ਆ ਕਿ ਜਾਂ ਇੱਕ ਰੀਤੀ ਰਿਵਾਜ ਹੈ? ਮੈਂ ਸਵਾਲ ਉਸ ਭੈਣ ਨੂੰ ਕੀਤਾ ਕਿ ਪ੍ਰਭੂ ਯੀਸ਼ੂ ਮਸੀਹ ਨੇ ਇੱਕ ਆਗਿਆ ਦਿੱਤੀ ਆ, ਮੱਤੀ 28 ਅਧਿਆਇ ਉਸ 18 ਤੋਂ 20 ਵਚਨ ਦੇ ਵਿੱਚ, ਹਾਂਜੀ, ਕਿ ਤੁਸੀਂ ਕੌਮਾਂ ਦੇ ਵਿੱਚ ਜਾਓ ਔਰ ਉਹਨਾਂ ਨੂੰ ਸਿਖਾਓ ਔਰ ਉਹਨਾਂ ਨੂੰ ਪਿਤਾ, ਪੁੱਤਰ, ਪਵਿੱਤਰ ਆਤਮਾ ਦੇ ਨਾਮ ਤੇ ਬਪਤਿਸਮਾ ਦਿਓ। ਤਾਂ ਮੈਂ ਜਦੋਂ ਉਸ ਭੈਣ ਨੂੰ ਪੁੱਛਿਆ ਕਿ ਮਤਲਬ ਕੀ ਇਹ ਆਗਿਆ ਨਹੀਂ ਹੈ? ਸਹੀ ਗੱਲ। ਅਸੀਂ ਕਹਿੰਦੇ ਕਿ ਖੁਦਾ ਦੀ ਆਗਿਆ ਦਾ ਪਾਲਨ ਕਰਨਾ ਹੀ ਸਾਡਾ ਸਭ ਤੋਂ ਵੱਡਾ ਧਰਮ ਆ, ਤੇ ਇਹ ਵੀ ਤੇ ਇੱਕ ਖੁਦਾ ਦੀ ਆਗਿਆ ਆ। ਹਾਂਜੀ, ਸਮਝੇ ਨਾ?
ਤਾਂ ਜੇ ਅਸੀਂ ਬਪਤਿਸਮੇ ਤੋਂ ਇਨਕਾਰੀ ਹੋ ਰਹੇ ਹਾਂ ਤਾਂ ਇਹਦਾ ਮਤਲਬ ਕਿ ਅਸੀਂ ਖੁਦਾ ਦੀ ਆਗਿਆ ਦਾ ਉਲੰਘਣ ਕਰ ਰਹੇ ਹਾਂ। ਬਿਲਕੁਲ ਸਹੀ ਅਸੀਂ ਗੱਲ। ਖੁਦਾ ਦੀ ਆਗਿਆ ਨੂੰ, ਉਸਦੇ ਹੁਕਮ ਨੂੰ ਅਸੀਂ ਇੱਕ ਰੀਤੀ ਰਿਵਾਜ ਕਹਿ ਕੇ ਅਸੀਂ ਨਹੀਂ ਟਾਲ ਸਕਦੇ ਜਾਂ ਉਸ ਨੂੰ ਅਸੀਂ ਨਜ਼ਰਅੰਦਾਜ਼ ਨਹੀਂ ਕਰ ਨਹੀਂ ਕਰ ਸਕਦੇ। ਸਕਦੇ। ਹਾਂਜੀ ਹੁਣ ਉਦਾਹਰਨ ਦੇ ਤੌਰ ਤੇ ਅਗਰ ਅਸੀਂ ਗੱਲ ਕਰੀਏ ਤਾਂ ਜਦੋਂ ਅਸੀਂ ਕੋਈ ਵੀ ਸਰਕਾਰੀ ਕੰਮ ਅਸੀਂ ਕਰਦੇ ਹਾਂ, ਮੰਨ ਕੇ ਚਲੋ ਤੁਸੀਂ ਇੱਕ ਲਾਇਸੈਂਸ ਹੀ ਬਣਵਾਉਣਾ ਹੈ, ਡਰਾਈਵਿੰਗ ਲਾਇਸੈਂਸ, ਹਾਂਜੀ ਤਾਂ ਉਸ ਦੇ ਵਾਸਤੇ ਜੋ ਚੀਜ਼ਾਂ ਦੀ ਇੱਕ ਜ਼ਰੂਰਤ ਆ, ਜੋ ਰਿਕੁਆਇਰਮੈਂਟਸ ਆ, ਜਿੰਨੇ ਵੀ ਡਾਕੂਮੈਂਟ ਜਿਹੜੇ ਆ ਉਹ ਚਾਹੀਦੇ ਆ, ਉਹ ਤੁਹਾਨੂੰ ਸਰਕਾਰੀ ਅਫਸਰ ਦੱਸੇਗਾ। ਹਾਂਜੀ ਜੇ ਤੁਸੀਂ ਉੱਥੇ ਤੁਹਾਨੂੰ ਕਿਹਾ ਜਾਂਦਾ ਹੈ ਕਿ ਤੁਸੀਂ ਪੈਨ ਕਾਰਡ, ਆਧਾਰ ਕਾਰਡ ਜਾਂ ਤੁਹਾਨੂੰ ਜਿੰਨੀਆਂ ਵੀ ਚੀਜ਼ਾਂ ਉਹਨਾਂ ਬੋਲੀਆਂ ਹੈ, ਹਾਂਜੀ ਤਾਂ ਤੁਹਾਡਾ ਫਰਜ਼ ਹੈ ਕਿ ਉਹਨਾਂ ਨੇ ਜੋ ਤੁਹਾਡੇ ਤੋਂ ਮੰਗਿਆ ਆ, ਜੋ ਤੁਹਾਨੂੰ ਕਿਹਾ ਆ, ਉਹ ਤੁਸੀਂ ਸਾਰਾ ਕੁਝ ਆਪਣੀ ਫਾਈਲ 'ਚ ਸਬਮਿਟ ਕਰਕੇ ਤੁਸੀਂ ਅੱਗੇ ਕੀ ਕਰਨੀ ਹੈ, ਲੈ ਕੇ ਦੇਣਾ। ਜਾਣਾ। ਉੱਥੇ ਤੁਹਾਨੂੰ ਕੋਈ ਰਾਈਟ ਨਹੀਂ ਹੈਗਾ, ਤੁਹਾਨੂੰ ਕੋਈ ਹੱਕ ਨਹੀਂ ਹੈਗਾ ਕਿ ਤੁਸੀਂ ਖੁਦ ਕੀ ਕਰੋ, ਸੋਚੋ ਕਿ ਇਹਦੀ ਕੀ ਜ਼ਰੂਰਤ ਆ, ਉਹ ਕਾਗਜ਼ ਦੀ ਕੀ ਜ਼ਰੂਰਤ ਆ, ਹਾਂਜੀ ਇਹਦੇ ਨਾਲ ਕੀ ਹੋ ਚੱਲਿਆ, ਉਹਦੇ ਨਾਲ ਕੀ ਹੋ ਚੱਲਿਆ। ਕੋਈ ਵੀ ਬੰਦਾ ਇਹ ਨਹੀਂ ਸੋਚਦਾ। ਸਹੀ ਗੱਲ ਆ। ਉਹ ਸਿਰਫ ਉਹ ਸਾਰੇ ਕਾਗਜ਼ ਪੂਰੇ ਕਰਕੇ ਫਾਈਲ ਉਹਨਾਂ ਦੇ ਅੱਗੇ ਰੱਖ ਦਿੰਦਾ ਹੈ। ਔਰ ਅਗਰ ਉੱਥੇ ਤੁਸੀਂ ਆਪਣੀ ਹੀ ਬੁੱਧੀ ਲਾਈ, ਆਪਣਾ ਹੀ ਤੁਸੀਂ ਇੱਕ ਦਿਮਾਗ ਲਾ ਕੇ ਤੇ ਵਿੱਚੋਂ 2-3 ਡਾਕੂਮੈਂਟ ਤੁਸੀਂ ਲਾਏ ਨਹੀਂ, ਹਾਂਜੀ ਤੁਸੀਂ ਕਿਹਾ ਕਿ ਨਹੀਂ ਇਹਦੀ ਕੀ ਲੋੜ ਆ, ਉਹਦੀ ਕੀ ਲੋੜ ਆ, ਤੇ ਉਹਦੇ ਵਿੱਚ ਹੋਏਗਾ ਕਿ ਉਹਦੇ ਵਿੱਚ ਜਦੋਂ ਉਹਨਾਂ ਨੇ ਦੇਖਣਾ ਤੇ ਉਹਦੇ ਵਿੱਚ ਤੁਹਾਡੀ ਫਾਈਲ ਵੀ ਜਿਹੜੀ ਕੀ ਆ ਡਿਸਮਿਸ ਹੋ ਸਕਦੀ ਹੈ। ਕਿਉਂ? ਸਹੀ ਕਿਉਂਕਿ ਤੁਸੀਂ ਆਪ ਹੀ ਕੀ ਕੀਤਾ, ਫੈਸਲੇ ਲੈ ਲਏ ਕਿ ਇਹਦੀ ਕੀ ਲੋੜ ਆ, ਉਹਦੀ ਕੀ ਲੋੜ ਆ। ਇਸੇ ਤਰੀਕੇ ਨਾਲ ਸਾਡੀ ਮੁਕਤੀ ਜੋ ਪ੍ਰਾਪਤੀ ਵਾਸਤੇ, ਸਾਡੇ ਨਜ਼ਾਤ ਦੇ ਕੰਮ ਨੂੰ ਪੂਰਾ ਹੋਣ ਵਾਸਤੇ ਕਿਹੜੀ ਚੀਜ਼ ਦੀ ਜ਼ਰੂਰਤ ਆ, ਕਿਹੜੀ ਚੀਜ਼ ਦੀ ਜ਼ਰੂਰਤ ਨਹੀਂ ਆ, ਕਿਹੜਾ ਕੰਮ ਕਰਨਾ ਸਾਡੇ ਲਈ ਲਾਜ਼ਮੀ ਆ ਤੇ ਕਿਹੜਾ ਕੰਮ ਕਰਨਾ ਸਾਡੇ ਲਈ ਕੋਈ ਮਹੱਤਵਪੂਰਨ ਨਹੀਂ ਆ, ਇਸ ਗੱਲ ਦਾ ਫੈਸਲਾ ਕਰਨ ਦਾ ਜੋ ਇੱਕ ਅਧਿਕਾਰ ਆ, ਉਹ ਸਿਰਫ ਪਰਮੇਸ਼ਰ ਦੇ ਕੋਲ ਆ, ਸਹੀ ਉਸ ਖੁਦਾਵੰਦ ਕੋਲ ਆ। ਔਰ ਪਰਮੇਸ਼ਰ ਨੇ ਸਾਨੂੰ ਬਾਈਬਲ ਦੇ ਵਿੱਚ ਲਿਖ ਕੇ ਸਾਨੂੰ ਹਰ ਚੀਜ਼ ਉਪਲਬਧ ਕੀਤੀ ਕਿ ਤੁਹਾਡੀ ਮੁਕਤੀ ਹੋਣ ਵਾਸਤੇ, ਤੁਹਾਡੀ ਨਜਾਤ ਦਾ ਕੰਮ ਪੂਰਾ ਹੋਣ ਵਾਸਤੇ ਇਹ ਸਭ ਕੰਮ ਕਰਨੇ ਤੁਹਾਡੇ ਲਈ ਜ਼ਰੂਰੀ ਆ, ਲਾਜ਼ਮੀ ਆ, ਸਹੀ ਗੱਲ। ਜੋ ਤੁਹਾਨੂੰ ਲਿਖ ਕੇ ਦੇ ਦਿੱਤੇ ਗਏ ਆ। ਹਾਂਜੀ ਤਾਂ ਹੁਣ ਸਾਡਾ ਜੋ ਆ ਸਾਡੇ ਕੋਲ ਕੋਈ ਹੱਕ ਨਹੀਂ ਆ, ਕੋਈ ਅਧਿਕਾਰ ਨਹੀਂ ਕਿ ਅਸੀਂ ਉਸ ਦੇ ਵਿੱਚ ਹੁਣ ਛੇੜਖਾਨੀ ਕਰ ਸਕੀਏ, ਅਸੀਂ ਉਸ ਦੇ ਵਿੱਚ ਫੇਰ ਬਦਲ ਕਰ ਸਕੀਏ ਕਿ ਨਹੀਂ ਇਹਦੀ ਕੀ ਜ਼ਰੂਰਤ ਆ, ਉਹਦੀ ਕੀ ਜ਼ਰੂਰਤ ਆ। ਸਾਡੇ ਕੋਲ ਇਹ ਕੋਈ ਹੱਕ ਨਹੀਂ ਆ। ਸਹੀ ਗੱਲ। ਸਾਡਾ ਸਿਰਫ ਇੱਕ ਹੀ ਫਰਜ਼ ਆ, ਇੱਕ ਹੀ ਸਾਡੀ ਜ਼ਿੰਮੇਵਾਰੀ ਆ, ਸਾਡੇ ਲਈ ਇੱਕ ਹੀ ਕੰਮ ਜ਼ਰੂਰੀ ਕਿ ਜੋ ਤੁਹਾਨੂੰ ਕਿਹਾ ਗਿਆ ਉਹ ਕਰਨਾ ਹੈ। ਤੁਸੀਂ ਉਹ ਕੰਮ ਅਸੀਂ ਪੂਰਾ ਉਹ ਕਰਨ ਦੇ ਨਾਲ ਫਾਇਦਾ ਕੀ ਆ, ਨੁਕਸਾਨ ਕੀ ਆ, ਨਫਾ ਕੀ ਆ, ਉਹ ਸੋਚਣਾ ਤੁਹਾਡਾ ਕੰਮ ਨਹੀਂ ਆ। ਸਹੀ ਗੱਲ। ਤੁਹਾਡਾ ਕੰਮ ਕੀ ਆ, ਜੋ ਬੋਲਿਆ ਗਿਆ ਉਹ ਕਰ ਦੋ। ਸਹੀ ਗੱਲ। ਇਸ ਕਰਕੇ ਬਪਤਿਸਮਾ ਜੋ ਆ ਉਹ ਖੁਦਾ ਦੀ ਆਗਿਆ ਆ, ਠੀਕ ਹੈ ਨਾ। ਔਰ ਸਾਡਾ ਫਰਜ਼ ਆ ਇੱਕ ਵਿਸ਼ਵਾਸੀ ਹੋਣ ਦੇ ਨਾਤੇ, ਇੱਕ ਖੁਦਾ ਦੇ ਧੀਆਂ ਪੁੱਤਰ ਹੋਣ ਦੇ ਨਾਤੇ ਸਾਡਾ ਫਰਜ਼ ਕੀ ਆ ਕਿ ਅਸੀਂ ਉਸ ਆਗਿਆ ਦਾ ਪਾਲਣ ਕਰਨਾ ਆ। ਦੈਟ ਇਜ਼ ਇਨਫ। ਸਾਡੇ ਲਈ ਇਹ ਸੋਚਣ ਦਾ ਕੋਈ ਮਤਲਬ ਨਹੀਂ ਕਿ ਇਹਦੇ ਨਾਲ ਕੀ ਹੋ ਜਾਏਗਾ ਜਾਂ ਇਹਨੂੰ ਨਾ ਲੈਣ ਨਾਲ ਕੀ ਹੋ ਜਾਏਗਾ। ਸਹੀ ਗੱਲ। ਸਮਝੇ ਨਾ। ਇਸ ਕਰਕੇ ਬਪਤਿਸਮਾ ਖੁਦਾ ਦੀ ਆਗਿਆ ਆ, ਤੁਸੀਂ ਇਸ ਆਗਿਆ ਦਾ ਪਾਲਣ ਉਨੀ ਹੀ ਗੰਭੀਰਤਾ ਦੇ ਨਾਲ ਕਰਨਾ ਆ ਜਿੰਨੀ ਗੰਭੀਰਤਾ ਦੇ ਨਾਲ ਅਸੀਂ ਖੁਦਾ ਦੇ ਦੂਸਰੇ ਹੁਕਮਾਂ ਨੂੰ ਕੀ ਕਰਦੇ ਆ, ਪਾਲਣ ਕਰਦੇ ਆ, ਜਾਂ ਉਹਨਾਂ ਦਾ ਕਰਨਾ ਜ਼ਰੂਰੀ ਆ। ਸਹੀ ਗੱਲ। ਸਮਝੇ ਨਾ। ਇਸ ਕਰਕੇ ਔਰ ਸਭ ਤੋਂ ਹੈਰਾਨੀ ਵਾਲੀ ਗੱਲ ਜਿਹੜੀ ਇੱਥੇ ਇਹ ਆ ਕਿ ਦੇਖੋ ਸੰਸਾਰ ਦੇ ਲੋਕਾਂ ਨੂੰ ਜਦੋਂ ਅਸੀਂ ਦੇਖਦੇ ਆ, ਜਿਹੜੇ ਮੂਰਤੀ ਪੂਜਕ ਆ ਜਾਂ ਜਿਹੜੇ ਲੋਕ ਗੈਰ ਮਸੀਹੀ ਆ, ਸਮਝੇ ਨਾ, ਉਹਨਾਂ ਨੂੰ ਕਿੰਨੀਆਂ ਕਿੰਨੀਆਂ ਕਠਿਨ ਆਗਿਆਵਾਂ ਜਿਹੜੀਆਂ ਉਹਨਾਂ ਦੇ ਧਰਮ ਵਿੱਚੋਂ ਮਿਲ ਜਾਂਦੀਆਂ ਆ, ਠੀਕ ਹੈ ਨਾ, ਜਿਨ੍ਹਾਂ ਨੂੰ ਵੀ ਉਹ ਮੰਨਦੇ ਆ, ਤੇ ਉਹ ਲੋਕ ਇੰਨਾ ਕਸ਼ਟ ਉਠਾਉਂਦੇ ਹੋਏ, ਇੰਨਾ ਮਤਲਬ ਸਟਰਗਲ ਕਰਦੇ ਹੋਏ ਜਿਹੜੇ ਆ ਉਹ ਉਹਨਾਂ ਆਗਿਆਵਾਂ ਦਾ ਪਾਲਣ ਜਿਹੜਾ ਵਾ ਉਹ ਕਰ ਦਿੰਦੇ ਆ। ਸਹੀ ਗੱਲ। ਸਮਝੇ ਨਾ। ਤਾਂ ਇੱਥੇ ਪ੍ਰਭੂ ਯੀਸ਼ੂ ਮਸੀਹ ਨੇ ਸਾਨੂੰ ਇੱਕ ਐਸੀ ਆਗਿਆ ਦਿੱਤੀ ਆ ਕਿ ਜਿਹੜੀ ਆਗਿਆ ਪੂਰੀ ਕਰਨ ਵਾਸਤੇ ਸਾਨੂੰ ਕੋਈ ਪਹਾੜ ਨਹੀਂ ਚੜ੍ਹਨੇ ਪੈਣੇ। ਉਹ ਆਗਿਆ ਪੂਰੀ ਕਰਨ ਵਾਸਤੇ ਸਾਨੂੰ ਕੋਈ ਇੱਕ ਲੱਤ ਤੇ ਖਲੋ ਕੇ ਭਗਤੀ ਕਰਨ ਦੀ ਲੋੜ ਨਹੀਂ ਆ। ਸਹੀ ਗੱਲ। ਠੀਕ ਹੈ। ਉਹ ਆਗਿਆ ਪੂਰੀ ਕਰਨ ਵਾਸਤੇ ਸਾਨੂੰ ਕਿਸੇ ਗੁਫਾ 'ਚ ਜਾ ਕੇ 6-6 ਮਹੀਨੇ ਰਹਿਣ ਦੀ ਲੋੜ ਨਹੀਂ ਲੋੜ। ਸਾਨੂੰ ਕੋਈ ਠੰਡੇ ਪਾਣੀ 'ਚ, ਤੱਤੇ ਪਾਣੀ 'ਚ ਐਸੇ ਕੰਮ ਕਰਨ ਲਈ ਤੇ ਪ੍ਰਭੂ ਨੇ ਸਾਨੂੰ ਬੋਲਿਆ ਹੀ ਨਹੀਂ ਆ।
ਸਹੀ ਗੱਲ। ਪ੍ਰਭੂ ਯੀਸ਼ੂ ਮਸੀਹ ਨੇ ਇੱਕ ਸਿੰਪਲ ਜਿਹਾ ਇੱਕ ਕੰਮ ਸਾਨੂੰ ਕਰਨ ਲਈ ਬੋਲਿਆ ਕਿ ਤੁਸੀਂ ਬਪਤਿਸਮਾ ਲੈਣਾ ਹੈ, ਠੀਕ ਆ। ਹਾਂਜੀ ਤੇ ਉਹ ਕੰਮ ਕਿੰਨਾ ਕੁ ਸਾਡੇ ਲਈ ਮੁਸ਼ਕਲ ਆ, ਸਮਝੇ ਨਾ। ਉਹ ਸਹੀ। ਕਰਨ ਦੀ ਬਜਾਏ ਕਿੰਨੇ ਮਸੀਹ ਲੋਕ ਜਿਹੜੇ ਆ ਉਹ ਕੀ ਕਰਦੇ, ਉਹ ਪਤਾ ਨਹੀਂ ਕੀ ਕਿੰਨੀਆਂ ਕੁ ਗੱਲਾਂ ਇੱਧਰੋਂ ਉੱਧਰੋਂ ਇਕੱਠੀਆਂ ਕਰਕੇ, ਕਿੰਨੇ ਕੁ ਵਚਨ ਬਾਈਬਲ ਦੇ ਇੱਧਰੋਂ ਉੱਧਰੋਂ ਇਕੱਠੇ ਕਰਕੇ, ਉਹਨਾਂ ਨੂੰ ਤੋੜ ਮਰੋੜ ਕੇ ਉਹਨਾਂ ਦੇ ਵਿੱਚ ਕੀ ਆ ਲੱਗੇ ਰਹਿੰਦੇ ਆ, ਠੀਕ ਆ। ਸਹੀ ਪਰ ਇੱਕ ਡੁਬਕੀ ਨਹੀਂ ਲਾਉਣੀ। ਹੋਰ ਉਹਨਾਂ ਨੇ ਪਤਾ ਨਹੀਂ ਕਿੰਨਾ ਕੁ ਉਹਨਾਂ ਨੇ ਇੱਕ ਆਪਣੀ ਸਿਰਦਰਦੀ ਵਧਾ ਲੈਣੀ ਆ ਇਸ ਗੱਲ ਨੂੰ ਸਾਬਿਤ ਕਰਨ ਦੇ ਲਈ ਕਿ ਬਪਤਿਸਮੇ ਦੀ ਲੋੜ ਨਹੀਂ ਆ। ਉਹ ਉਹਨਾਂ ਨੇ ਸਭ ਕੁਝ ਕਰ ਲੈਣਾ ਹੈ, ਪਰ ਉਹਨਾਂ ਨੇ ਇੱਕ ਕੰਮ ਨਹੀਂ ਕਰਨਾ, ਉਹਨਾਂ ਨੂੰ ਡੁਬਕੀ ਨਹੀਂ ਲਾਉਣੀ, ਬਪਤਿਸਮਾ ਨਹੀਂ ਲੈਣਾ। ਹਾਂਜੀ ਸਮਝੇ। ਔਰ ਮੈਂ ਤੇ ਅਜਿਹੇ ਹਰ ਵਿਅਕਤੀ ਨੂੰ ਜਿਹੜਾ ਅੱਜ ਕਹਿੰਦਾ ਕਿ ਸਾਨੂੰ ਬਪਤਿਸਮੇ ਦੀ ਲੋੜ ਨਹੀਂ ਆ, ਮੈਂ ਤੇ ਉਹਨੂੰ ਇਹ ਗੱਲ ਕਹਿਣੀ ਚਾਹੂੰਗਾ, ਦੇਖੋ ਅਸੀਂ ਗਰਮੀ ਤੋਂ ਰਾਹਤ ਪਾਉਣ ਵਾਸਤੇ ਹਾਂਜੀ ਅਸੀਂ ਰੋਜ਼ ਕੀ ਕਰਦੇ ਆ, ਡੁਬਕੀਆਂ ਲਾਉਂਦੇ ਆ, ਸਹੀ ਗੱਲ। ਠੀਕ ਆ। ਗਰਮੀ ਤੋਂ ਰਾਹਤ ਪਾਉਣ ਵਾਸਤੇ ਅਸੀਂ ਰੋਜ਼ ਨਹਾ ਸਕਦੇ ਆ, ਠੀਕ ਆ। ਅਸੀਂ ਸਵਿਮਿੰਗ ਪੂਲ ਦੇ ਵਿੱਚ 2-2 ਘੰਟੇ ਡੁਬਕੀਆਂ ਲਾ ਸਕਦੇ ਆ ਆਪਣੇ ਥੋੜਾ ਜਿਹਾ ਸਰੀਰ ਦੇ ਵਾਸਤੇ, ਹਾਂਜੀ ਠੀਕ ਆ। ਚਬੱਚੇ ਦੇ ਵਿੱਚ ਡੁਬਕੀਆਂ ਲਾ ਸਕਦੇ ਆ ਨਹਾਉਂਦੇ ਹੋਏ, ਠੀਕ ਆ। ਤੇ ਖੁਦਾ ਦੀ ਆਗਿਆ ਦਾ ਪਾਲਨ ਕਰਨ ਵਾਸਤੇ ਇੱਕ ਡੁਬਕੀ ਨਹੀਂ ਲਾਉਣੀ, ਸਹੀ ਉਹ ਲਾਉਣ ਦੀ ਬਜਾਏ ਸਿਰ ਅਡਾਉਣਾ ਸਾਨੂੰ ਮਨਜ਼ੂਰ ਆ ਦੂਜਿਆਂ ਦੇ ਨਾਲ। ਸਹੀ ਔਰ ਮੈਂ ਕਹਿੰਦਾ ਕਿ ਜਿੰਨਾ ਸਮਾਂ ਤੁਸੀਂ ਇਹਨਾਂ ਗੱਲਾਂ ਵਿੱਚ ਇੱਕ ਦੂਜੇ ਨਾਲ ਤੁਸੀਂ ਬਹਿਸਾ ਬਸਾਈ 'ਚ ਲੱਗੇ ਰਹਿੰਦੇ ਜੇ ਕਿ ਬਪਤਿਸਮੇ ਦੀ ਲੋੜ ਨਹੀਂ ਆ, ਬਪਤਿਸਮੇ ਦੀ ਲੋੜ ਨਹੀਂ ਆ, ਓਨੇ ਸਮੇਂ ਵਿੱਚ ਤੇ ਤੁਸੀਂ ਬਪਤਿਸਮਾ ਲੈ ਕੇ ਵਿਹਲੇ ਹੋ ਜਾਣਾ ਹੈ। ਸਹੀ ਗੱਲ। ਤੁਸੀਂ 2-2 ਘੰਟੇ ਤੁਸੀਂ ਬਹਿਸ ਕਰੀ ਜਾਂਦੇ ਜੇ, ਸਿਰ ਹੀ ਅੜਾਈ ਜਾਂਦੇ ਜੇ ਕਿ ਬਪਤਿਸਮੇ ਦੀ ਲੋੜ ਨਹੀਂ ਆ। ਤੁਸੀਂ ਪਤਾ ਨਹੀਂ 36 ਵਚਨ ਤੁਸੀਂ ਦੂਜਿਆਂ ਨੂੰ ਪੜ੍ਹਾ ਦਿੰਦੇ ਜੇ ਕਿ ਇੱਥੇ ਲਿਖਿਆ ਆ, ਉੱਥੇ ਲਿਖਿਆ ਆ, ਹਨਾ। ਤਾਂ ਉਹ ਚੀਜ਼ਾਂ ਇਹਨਾਂ ਨੇ ਕਰੀ ਜਾਣੀਆਂ ਆ, ਪਰ ਇਹਨਾਂ ਨੇ ਇੱਕ ਕੰਮ ਨਹੀਂ ਕਰਨਾ, ਇਹਨਾਂ ਡੁਬਕੀ ਨਹੀਂ ਲਾਉਣੀ। ਕਿਉਂਕਿ ਇਹ ਇੱਕ ਐਸਾ ਢੀਠਪੁਣਾ ਕਹਿ ਲੋ, ਐਸੀ ਕਠੋਰਤਾ ਹੀ ਕਹਿ ਲੋ, ਐਸਾ ਇੱਕ ਹੰਕਾਰ ਕਹਿ ਲੋ ਕਿ ਹੁਣ ਅਸੀਂ ਬੋਲਤਾ ਕਿ ਨਹੀਂ ਲੋੜ, ਤੇ ਜੇ ਹੁਣ ਅਸੀਂ ਲੈ ਲਿਆ ਤੇ ਫਿਰ ਇੱਥੇ ਸਾਡੀ ਬੇਇੱਜ਼ਤੀ ਹੋ ਜਾਣੀ, ਸਾਡੀ ਹੇਠੀ ਹੋ ਜਾਣੀ ਕਿ ਲੈ ਪਹਿਲਾਂ ਤੁਸੀਂ ਕਹਿੰਦੇ ਸੀ ਕਿ ਨਹੀਂ ਲੈਣ ਦੀ ਲੋੜ, ਹੁਣ ਤੁਸੀਂ ਲੈ ਵੀ ਲਿਆ। ਸੋ ਕਹਿਣ ਦਾ ਭਾਵ ਇਹ ਆ ਕਿ ਬਪਤਿਸਮਾ ਲੈਣ ਦਾ ਜੇ ਮੰਨ ਕੇ ਚਲੋ ਤੁਹਾਨੂੰ ਕੋਈ ਫਾਇਦਾ ਨਹੀਂ ਹੋਣ ਵਾਲਾ, ਹਾਂਜੀ ਠੀਕ ਆ, ਤੇ ਨੁਕਸਾਨ ਵੀ ਕੀ ਆ, ਨੁਕਸਾਨ ਸਮਝੇ ਨਾ। ਜੇ ਤੁਸੀਂ ਖੁਦਾ ਦੇ ਵਚਨ ਨੂੰ ਪੂਰਾ ਕਰਨ ਦੇ ਲਈ ਅਗਰ ਤੁਸੀਂ ਇੱਕ ਡੁਬਕੀ ਲਾਉਂਦੇ ਜੇ, ਤੇ ਜੇ ਤੁਹਾਨੂੰ ਸਵਰਗ ਵਿੱਚ ਉਹਦਾ ਕੋਈ ਫਾਇਦਾ ਨਹੀਂ ਮਿਲਣ ਵਾਲਾ, ਅਗਰ ਇਹਨਾਂ ਦੀ ਗੱਲ ਨੂੰ ਵੀ ਅਸੀਂ ਅਗਰ ਮੰਨ ਲਈਏ, ਤੇ ਉਹ 'ਚ ਤੁਹਾਨੂੰ ਨੁਕਸਾਨ ਵੀ ਕੀ ਹੋ ਜਾਏਗਾ। ਸਹੀ ਗੱਲ। ਤੁਸੀਂ ਨਹਾਉਣ ਵਾਸਤੇ ਡੁਬਕੀਆਂ ਲਾ ਸਕਦੇ ਜੇ, ਗਰਮੀ ਤੋਂ ਰਾਹਤ ਪਾਉਣ ਲਈ ਤੁਸੀਂ ਡੁਬਕੀਆਂ ਲਾ ਸਕਦੇ ਜੇ, ਤਾਂ ਤੁਸੀਂ ਵਚਨ ਦਾ ਪਾਲਨ ਕਰਨ ਲਈ ਇੱਕ ਡੁਬਕੀ ਲਾ ਲਓਗੇ ਤੇ ਉੱਥੇ ਕਿੰਨਾ ਕੁ ਵੱਡਾ ਮਤਲਬ ਅਸੀਂ ਕਹਿ ਸਕਦੇ ਕਿ ਪਹਾੜ ਟੁੱਟ ਜਾਏਗਾ ਤੁਹਾਡੇ ਉੱਤੇ। ਸਹੀ ਗੱਲ। ਸੋ ਇਸ ਕਰਕੇ ਜਿਹੜਾ ਵਿਅਕਤੀ ਖੁਦਾ ਦੇ ਇੱਕ ਵੀ ਵਚਨ ਨੂੰ ਇਹ ਸੋਚ ਕੇ ਨਜ਼ਰ ਅੰਦਾਜ਼ ਕਰੇਗਾ ਕਿ ਇਹਦੀ ਕੀ ਲੋੜ ਆ, ਉਹ ਵਿਅਕਤੀ ਜੋ ਆ ਇੱਕ ਆਗਿਆਕਾਰ ਕਦੀ ਵੀ ਗਿਣਿਆ ਨਹੀਂ ਜਾਊਗਾ। ਇਸ ਜਗ੍ਹਾ ਦੇ ਉੱਤੇ ਲੂਕਾ 7 ਅਧਿਆਏ ਉਸ ਦਾ 30 ਵਚਨ ਦੇ ਵਿੱਚ ਜਦੋਂ ਅਸੀਂ ਪੜ੍ਹਦੇ ਹਾਂ, ਸੋ ਪ੍ਰਭੂ ਯੀਸ਼ੂ ਮਸੀਹ ਨੇ ਕਿਹਾ, ਪਰ ਫਰੀਸੀਆਂ ਅਤੇ ਸੋ ਇੱਥੇ ਲੂਕਾ 7 ਅਧਿਆਏ ਉਸ ਦਾ 30 ਆਇਤ ਨੂੰ ਜਦੋਂ ਅਸੀਂ ਪੜ੍ਹਦੇ ਹਾਂ ਨਾ, ਇਸ ਜਗ੍ਹਾ ਤੇ ਲਿਖਿਆ, ਪਰ ਫਰੀਸੀਆਂ ਅਤੇ ਸ਼ਰਾਂ ਦੇ ਸਿਖਲਾਉਣ ਵਾਲਿਆਂ ਨੇ ਉਸ ਕੋਲੋਂ ਬਪਤਿਸਮਾ ਨਾ ਲੈ ਕੇ ਆਪਣੇ ਲਈ ਪਰਮੇਸ਼ਰ ਦੀ ਜੁਗਤ ਨੂੰ ਟਾਲ ਦਿੱਤਾ। ਇੱਥੇ ਵੇਖੋ ਕਿੰਨਾ ਸਾਫ਼ ਲਿਖਿਆ ਹੈ ਕਿ ਉਹਨਾਂ ਨੇ ਪਰਮੇਸ਼ਰ ਦੀ ਜੁਗਤ ਨੂੰ ਟਾਲ ਦਿੱਤਾ ਆ ਆਪਣੇ ਲਈ। ਸਹੀ ਗੱਲ। ਜਿਨ੍ਹਾਂ ਨੇ ਉਹਦੇ ਕੋਲੋਂ ਬਪਤਿਸਮਾ ਨਹੀਂ ਲਿਆ, ਯਹੂਨਾ ਬਪਤਿਸਮਾ ਦੇਣ ਵਾਲੇ ਤੋਂ। ਮਤਲਬ ਇੱਕ ਡੁਬਕੀ ਕਹਿ ਕੇ, ਇੱਕ ਡੁਬਕੀ ਸਮਝ ਕੇ ਉਹਨਾਂ ਨੇ ਨਹੀਂ ਲਿਆ, ਤੇ ਲਿਖਿਆ ਪਰਮੇਸ਼ਰ ਦੀ ਜੁਗਤ ਨੂੰ ਟਾਲ ਦਿੱਤਾ ਉਹਨਾਂ ਨੇ ਇੱਕ ਡੁਬਕੀ ਨਾ ਲੈ ਕੇ। ਸਹੀ ਗੱਲ। ਤੇ ਜੇ ਉਹਨਾਂ ਨੇ ਜੁਗਤ ਨੂੰ ਟਾਲ ਦਿੱਤਾ ਆ, ਤੇ ਜਿਹੜੇ ਅੱਜ ਕਹਿੰਦੇ ਆ ਕਿ ਇਹ ਡੁਬਕੀ ਆ, ਇਹਦੀ ਕੀ ਲੋੜ ਆ, ਤੇ ਕੀ ਅੱਜ ਉਹ ਨਹੀਂ ਪਰਮੇਸ਼ਰ ਦੀ ਜੁਗਤ ਨੂੰ ਟਾਲ ਰਹੇ ਆਪਣੇ ਵਾਸਤੇ। ਸਹੀ ਗੱਲ। ਸੋ ਇਸ ਕਰਕੇ ਮਤਲਬ ਇਹ ਜਿਹੜੀ ਆਗਿਆ ਹੈ ਖੁਦਾ ਦੀ, ਇਹਦਾ ਪਾਲਨ ਕਰਨਾ ਬਹੁਤ ਕੀ ਆ, ਜ਼ਰੂਰੀ ਹੈ। ਔਰ ਸਭ ਤੋਂ ਵੱਡੀ ਚੀਜ਼ ਇੱਥੇ ਇੱਕ ਹੋ ਰਿਹਾ ਕਿ ਪ੍ਰਭੂ ਯੀਸ਼ੂ ਮਸੀਹ ਨੇ ਡੁਬਕੀ ਨੂੰ ਇੱਕ ਡੁਬਕੀ ਸਮਝ ਕੇ ਨਜ਼ਰਅੰਦਾਜ਼ ਨਹੀਂ ਕੀਤਾ। ਯੀਸ਼ੂ ਮਸੀਹ ਨੇ ਸਹੀ ਗੱਲ। ਇਹ ਨਹੀਂ ਕਿਹਾ ਕਿ ਚਲੇ ਡੁਬਕੀ ਇਹਦੇ ਨਾਲ ਕੀ ਹੈ। ਜਿਸ ਸਮੇਂ ਯੀਸ਼ੂ ਮਸੀਹ ਜਦੋਂ ਬਪਤਿਸਮਾ ਦੇਣ ਵਾਲਾ ਯਹੂਨਾ ਦੇ ਕੋਲ ਜਦੋਂ ਗਏ ਆ,
ਤੇ ਯਹੂਨਾ ਨੇ ਕੀ ਕਿਹਾ ਕਿ ਮੈਨੂੰ ਤਾਂ ਤੁਹਾਡੇ ਕੋਲੋਂ ਬਪਤਿਸਮਾ ਲੈਣ ਦੀ ਜ਼ਰੂਰਤ ਹੈ। ਤਾਂ ਪ੍ਰਭੂ ਯੀਸ਼ੂ ਮਸੀਹ ਨੇ ਉਸ ਜਗ੍ਹਾ ਤੇ ਕਿਹਾ ਕਿ ਹੁਣ ਹੋਣ ਦੇ ਸਾਨੂੰ ਸਾਰਿਆਂ ਨੂੰ ਇਹ ਯੋਗ ਹੈ ਕਿ ਅਸੀਂ ਪਰਮੇਸ਼ਰ ਦੇ ਧਰਮ ਨੂੰ ਇਸੇ ਤਰ੍ਹਾਂ ਕੀ ਕਰੀਏ, ਪੂਰਾ ਕਰੀਏ। ਤਾਂ ਯੀਸ਼ੂ ਮਸੀਹ ਨੇ ਇਹ ਜ਼ਰੂਰੀ ਸਮਝਿਆ ਕਿ ਜੇ ਮੇਰੇ ਪਿਤਾ ਨੇ ਯਹੂਨਾ ਨੂੰ ਇਹ ਕੰਮ ਸੌਂਪਿਆ ਆ, ਮੇਰੇ ਪਿਤਾ ਦੀ ਇੱਛਾ ਦੇ ਅਨੁਸਾਰ ਜਦੋਂ ਯਹੂਨਾ ਸਾਰਿਆਂ ਨੂੰ ਬਪਤਿਸਮਾ ਦੇ ਰਿਹਾ ਆ, ਤੇ ਜਦੋਂ ਮੈਂ ਇੱਕ ਯਹੂਦੀ ਹੋ ਕੇ ਇਸਰਾਇਲ 'ਚ ਖੜਾ ਆ, ਇੱਕ ਮਨੁੱਖ ਹੋ ਕੇ ਮੈਂ ਇਸਰਾਇਲ 'ਚ ਖੜਾ ਆ, ਤੇ ਮੇਰੇ ਲਈ ਵੀ ਜ਼ਰੂਰੀ ਹੈ ਮੈਂ ਇਹ ਡੁਬਕੀ ਲੈਣੀ ਹੈ, ਇਹ ਡੁਬਕੀ ਲਾਉਣੀ ਹੈ। ਹਾਂਜੀ, ਪ੍ਰਭੂ ਯੀਸ਼ੂ ਮਸੀਹ ਨੇ ਡੁਬਕੀ ਨੂੰ ਇੱਕ ਡੁਬਕੀ ਕਹਿ ਕੇ ਕੀ ਨਹੀਂ ਕੀਤਾ, ਇਗਨੋਰ ਨਹੀਂ ਕੀਤਾ, ਨਜ਼ਰਅੰਦਾਜ਼ ਨਹੀਂ ਕੀਤਾ। ਤੇ ਅੱਜ ਦੇ ਮਸੀਹੀ ਲੋਕ ਜਿਹੜੇ ਉਹ ਕਿਸ ਤਰ੍ਹਾਂ ਇੱਕ ਡੁਬਕੀ ਨੂੰ ਸਿਰਫ ਡੁਬਕੀ ਸਮਝ ਕੇ ਕੀ ਕਰ ਸਕਦੇ ਆ, ਨਜ਼ਰਅੰਦਾਜ਼ ਕਰ ਸਕਦੇ ਆ। ਇਸ ਕਰਕੇ ਸਵਾਲ ਡੁਬਕੀ ਲਾਉਣ ਜਾਂ ਡੁਬਕੀ ਨਾ ਲਾਉਣ ਦਾ ਨਹੀਂ ਆ, ਸਵਾਲ ਆ ਖੁਦਾ ਦੇ ਵਚਨ ਨੂੰ ਪੂਰੀ ਗੰਭੀਰਤਾਈ ਦੇ ਨਾਲ ਪੜ੍ਹਨ ਦਾ, ਸੁਣਨ ਦਾ ਔਰ ਉਹਨੂੰ ਸਵੀਕਾਰ ਕਰਨ ਦਾ ਹੈ। ਇਸ ਲਈ ਜਿਹੜਾ ਬੰਦਾ ਡੁਬਕੀ ਲਾ ਰਿਹਾ ਆ, ਉਹ ਕੀ ਦੱਸ ਰਿਹਾ ਕਿ ਪ੍ਰਭੂ ਜੋ ਤੁਸੀਂ ਕਿਹਾ ਆ ਮੈਂ ਉਹਨੂੰ ਜਿਉਂ ਦਾ ਤਿਉਂ ਮੰਨੂਗਾ, ਮੈਂ ਉਹਦੇ ਵਿੱਚ ਕੋਈ ਆਪਣੀ ਬੁੱਧੀ ਦਾ ਇਸਤੇਮਾਲ ਨਹੀਂ ਕਰੂੰਗਾ, ਮੈਂ ਉਹਦੇ ਵਿੱਚ ਆਪਣਾ ਦਿਮਾਗ ਨਹੀਂ ਲਾਉਂਗਾ ਮੈਂ, ਔਰ ਜੇ ਤੁਹਾਡੀ ਆਗਿਆ ਆ ਕਿ ਮੈਂ ਡੁਬਕੀ ਲਾਉਣੀ ਆ ਤਾਂ ਮੈਂ ਲਾਉਂਗਾ। ਸਮਝੇ ਨਾ। ਸੋ ਇਸ ਕਰਕੇ ਅਗਰ ਦੇਖੋ ਅੱਜ ਕਿੰਨੇ ਲੋਕ ਜੋ ਆ ਆਪਣੇ ਧਰਮ ਦੇ ਕੁਛ ਰੀਤ ਰਿਵਾਜ ਪੂਰੀ ਕਰਨ ਵਾਸਤੇ ਕਿੰਨੇ ਕਿੰਨੇ ਕਠਿਨ ਤੋਂ ਕਠਿਨ ਕੰਮ ਕਰ ਜਾਂਦੇ ਆ, ਕਿੰਨੇ ਕਿੰਨੀ ਦੂਰ ਦਾ ਸਫ਼ਰ ਤੈਅ ਕਰ ਲੈਂਦੇ ਆ। ਤੋ ਅੱਜ ਸਾਨੂੰ ਕਿੰਨੀਆਂ ਸੌਖੀਆਂ ਜਿਹੀਆਂ ਕੁਛ ਚੀਜ਼ਾਂ ਖੁਦਾ ਨੇ ਸਾਨੂੰ ਸੌਂਪੀਆਂ ਆ, ਜਿਸ ਤਰ੍ਹਾਂ ਕਿ ਅਸੀਂ ਬਪਤਿਸਮਾ ਲੈਣਾ ਆ, ਅਸੀਂ ਪ੍ਰਭੂ ਭੋਜ ਲੈਣਾ ਆ। ਤੋ ਇਹ ਚੀਜ਼ਾਂ ਕਰਨੀਆਂ ਵੀ ਜੇ ਸਾਡੇ ਲਈ ਔਖੀਆਂ ਆ ਤੇ ਇਹ ਸਾਡੇ ਵਾਸਤੇ ਕਿੰਨੀ, ਜਿਵੇਂ ਅਸੀਂ ਕਈ ਵਿਸ਼ਵਾਸੀਆਂ ਨਾਲ ਗੱਲ ਕਰਦੇ ਜੀ ਕਿ ਜਿਨ੍ਹਾਂ ਨੇ ਬਪਤਿਸਮਾ ਲੈਣ ਤੋਂ ਬਿਲਕੁਲ ਇਨਕਾਰੀ ਹੋ ਗਏ ਨੇ ਵੀ ਸਾਡੀ ਜਿਹੜੀ ਮੁਕਤੀ ਆ ਉਹਦੇ ਵਾਸਤੇ ਬਪਤਿਸਮਾ ਬਹੁਤ ਹੀ ਜ਼ਰੂਰੀ ਆ। ਤੇ ਜਿੱਦਾਂ ਵਿਸ਼ਵਾਸੀ ਜੇ ਕਿ ਉਹ ਸਲੀਬ ਤੇ ਲਟਕੇ ਹੋਏ ਡਾਕੂ ਦੀ ਉਦਾਹਰਨ ਲੈਂਦੇ ਨੇ ਕਿ ਉਸ ਡਾਕੂ ਨੇ ਕਿਹੜਾ ਬਪਤਿਸਮਾ ਲਿਆ ਵਾ ਪਰ ਫਿਰ ਵੀ ਉਹ ਸਵਰਗ ਦੇ ਵਿੱਚ ਗਿਆ ਹੈ। ਜਦੋਂ ਸਲੀਬ ਦੇ ਉੱਪਰ ਲਟਕਾ ਹੋਇਆ ਡਾਕੂ ਦੀ ਅਸੀਂ ਗੱਲ ਕਰਦੇ ਆ ਨਾ, ਹਾਂਜੀ ਠੀਕ ਹੈ, ਤੋ ਉਹਦੇ ਨਾਲ ਉਹੀ ਵਿਅਕਤੀ ਆਪਣੀ ਤੁਲਨਾ ਕਰ ਸਕਦਾ ਆ ਜਿਹੜਾ ਸਲੀਬ ਤੇ ਲਟਕਾ ਹੋਇਆ ਡਾਕੂ ਵਰਗੀ ਇੱਕ ਪਰਿਸਥਿਤੀ ਦੇ ਵਿੱਚ ਤੌਬਾ ਕਰ ਰਿਹਾ ਹੈ। ਹਾਂਜੀ ਸਮਝੇ ਨਾ। ਕਿਉਂਕਿ ਇੱਕ ਨਾਰਮਲ ਕੰਡੀਸ਼ਨ ਹੁੰਦੀ ਆ, ਨਾਰਮਲ ਸਿਚੁਏਸ਼ਨ ਹੁੰਦੀ ਆ, ਇੱਕ ਅਬਨੋਰਮਲ ਸਿਚੁਏਸ਼ਨ ਹੁੰਦੀ ਆ। ਹਾਂਜੀ ਸਮਝੇ ਨਾ। ਇੱਕ ਅਬਨੋਰਮਲ ਕੀ ਆ ਕਿ ਇੱਕ ਸਧਾਰਨ ਹਾਲਾਤ ਨਹੀਂ ਹੈ ਕਿਸੇ ਵਿਅਕਤੀ ਦੇ, ਹਾਂਜੀ ਠੀਕ ਹੈ ਨਾ। ਤਾਂ ਉਹਦੇ ਨਾਲ ਅਸੀਂ ਕਿਸ ਤਰ੍ਹਾਂ ਆਪਣੀ ਤੁਲਨਾ ਕਰ ਸਕਦੇ। ਹੁਣ ਉਹਦੇ ਕੋਲ ਸਵਾਲ ਇਹ ਆ ਕਿ ਬਪਤਿਸਮਾ ਲੈਣ ਦਾ ਸਮਾਂ ਸੀ ਕਿ ਉਹਦੇ ਕੋਲ ਮੌਕਾ ਸੀ ਕਿ ਉਹ ਸਲੀਬ ਤੋਂ ਉਤਰ ਕੇ ਕਿ ਉਹ ਬਪਤਿਸਮਾ ਲੈ ਸਕਦਾ ਸੀਗਾ, ਠੀਕ ਹੈ ਨਾ। ਤੋ ਅਗਰ ਇੱਕ ਵਿਅਕਤੀ ਦੇ ਕੋਲ ਅੱਜ ਸਮਾਂ ਵੀ ਆ ਬਪਤਿਸਮਾ ਲੈਣ ਦਾ, ਮੌਕਾ ਵੀ ਆ ਬਪਤਿਸਮਾ ਲੈਣ ਦਾ, ਸਾਰੇ ਹਾਲਾਤ ਉਹਦੇ ਅਨੁਕੂਲ ਆ, ਸਮਝੇ ਨਾ, ਤੇ ਉਸ ਸਮੇਂ ਫਿਰ ਉਹ ਆਪਣੀ ਤੁਲਨਾ ਸਲੀਬ ਤੇ ਲਟਕੇ ਡਾਕੂ ਦੇ ਨਾਲ ਨਹੀਂ ਕਰ ਸਕਦਾ। ਡਾਕੂ ਨੇ ਬਪਤਿਸਮਾ ਨਹੀਂ ਲਿਆ, ਪਰ ਗੱਲ ਇਹ ਆ ਕਿ ਡਾਕੂ ਬਪਤਿਸਮੇ ਤੋਂ ਕੀ ਇਨਕਾਰੀ ਹੋਇਆ ਕਿ ਉਹਨੇ ਬਪਤਿਸਮੇ ਦੇ ਕਿਸੇ ਉਪਦੇਸ਼ ਨੂੰ ਰੱਦ ਕੀਤਾ। ਕਿਉਂਕਿ ਪ੍ਰਭੂ ਯੀਸ਼ੂ ਮਸੀਹ ਦੇ ਸਲੀਬ ਤੇ ਜਾਨ ਦੇਣ ਤੋਂ ਬਾਅਦ, ਯੀਸ਼ੂ ਮਸੀਹ ਦੇ ਮੁਰਦਿਆਂ 'ਚ ਜੀ ਉੱਠਣ ਤੋਂ ਬਾਅਦ ਹੀ ਜੋ ਬਪਤਿਸਮੇ ਦਾ ਜੋ ਇੱਕ ਉਪਦੇਸ਼ ਪ੍ਰਭੂ ਨੇ ਉਹਨਾਂ ਨੂੰ ਸੌਂਪਿਆ ਕਿ ਬਾਪ ਬੇਟਾ ਪਾਕਰੂ ਦੇ ਨਾਮ ਦੇ ਉੱਤੇ ਜਵਾ ਤੁਸੀਂ ਕੀ ਆ ਬਪਤਿਸਮਾ ਦਿਓ। ਤੋ ਇਹ ਜਿਹੜਾ ਉਪਦੇਸ਼ ਆ ਬਪਤਿਸਮੇ ਦਾ, ਉਹ ਪ੍ਰਭੂ ਯੀਸ਼ੂ ਮਸੀਹ ਨੇ ਕਦੋਂ ਦਿੱਤਾ ਆ? ਜੀ ਉੱਠਣ ਤੋਂ ਬਾਅਦ। ਇਹ ਉਪਦੇਸ਼ ਕੀ ਸੁਣਿਆ ਸੀ ਡਾਕੂ ਨੇ? ਕਿ ਇਹ ਆਗਿਆ ਡਾਕੂ ਨੂੰ ਦਿੱਤੀ ਗਈ ਸੀ ਬਪਤਿਸਮੇ ਦੀ? ਸੋ ਅੱਜ ਸਾਡੇ ਕੋਲ ਪਵਿੱਤਰ ਬਾਈਬਲ ਆ, ਉਸ ਦੇ ਵਿੱਚ ਲਿਖਤ ਸਾਡੇ ਤੱਕ ਖੁਦਾ ਨੇ ਪਹੁੰਚਾਈ, ਅਸੀਂ ਇਹਨੂੰ ਪੜ੍ਹਦੇ ਹਾਂ, ਅਸੀਂ ਇਹਨੂੰ ਸੁਣਦੇ ਹਾਂ, ਅਸੀਂ ਇਹਨੂੰ ਜਾਣਦੇ ਹਾਂ। ਹਾਂਜੀ। ਤਾਂ ਉਸ ਤੋਂ ਬਾਅਦ ਜਦੋਂ ਅਸੀਂ ਕਹਿੰਦੇ ਹਾਂ ਕਿ ਨਾ ਜੀ ਅਸੀਂ ਭਾਵੇਂ ਪੜ੍ਹਿਆ ਆ, ਭਾਵੇਂ ਅਸੀਂ ਸੁਣਿਆ ਤੇ ਭਾਵੇਂ ਅਸੀਂ ਜਾਣਿਆ ਕਿ ਬਪਤਿਸਮਾ ਲੈਣਾ ਆ ਵਚਨ ਦੇ ਅਨੁਸਾਰ, ਪਰ ਅਸੀਂ ਨਹੀਂ ਲੈਣਾ, ਉਹਦਾ ਮਤਲਬ ਕੀ ਹੈ? ਤੁਸੀਂ ਵਚਨ ਤੋਂ ਇਨਕਾਰੀ ਹੋ ਰਹੇ, ਤੁਸੀਂ ਖੁਦਾ ਦੀ ਇੱਕ ਆਗਿਆ ਤੋਂ ਇਨਕਾਰੀ ਹੋ ਰਹੇ। ਡਾਕੂ ਨੇ ਚਾਹੇ ਬਪਤਿਸਮਾ ਨਹੀਂ ਲਿਆ, ਪਰ ਡਾਕੂ ਕਿਸੇ ਵਚਨ ਤੋਂ ਇਨਕਾਰੀ ਨਹੀਂ ਹੋਇਆ। ਤਾਂ ਸਵਾਲ ਬਪਤਿਸਮਾ ਉਹਨੇ ਲਿਆ ਜਾਂ ਨਾ ਲੈਣ ਦੀ ਨਹੀਂ ਗੱਲ, ਗੱਲ ਇਹ ਆ ਕਿ ਕੀ ਉਹ ਵਚਨ ਤੋਂ ਇਨਕਾਰੀ ਹੋਇਆ ਜਾਂ ਨਹੀਂ। ਸਮਝੇ ਨਾ। ਹੁਣ ਇੱਕ ਵਿਅਕਤੀ ਦੇਖੋ ਅੱਜ ਉਹਨੇ ਫੈਸਲਾ ਲਿਆ ਕਿ ਮੈਂ ਬਪਤਿਸਮਾ ਲੈਣਾ ਆ, ਹਨਾ, ਉਹ ਆਪਣਾ ਜੀਵਨ ਪ੍ਰਭੂ ਨੂੰ ਸੌਂਪ ਦਿੰਦਾ ਆ,
ਤੇ ਉਹਨੂੰ ਪ੍ਰਭੂ ਦੇ ਦਾਸ ਜੋ ਆ ਇੱਕ ਤਰੀਕ ਦੇ ਦਿੰਦੇ ਆ ਕਿ 10 ਦਿਨ ਬਾਅਦ ਜਾਂ 15 ਦਿਨ ਬਾਅਦ ਆ ਕੇ ਤੇ ਤੁਸੀਂ ਸਾਡੇ ਕੋਲੋਂ ਬਪਤਿਸਮਾ ਲੈ ਲਓ, ਅਸੀਂ ਤੁਹਾਨੂੰ ਬਪਤਿਸਮਾ ਦੇਵਾਂਗੇ। ਹਾਂਜੀ ਔਰ ਸੋਚ ਕੇ ਦੇਖੋ, ਵੈਸੇ ਇੱਕ ਉਦਾਹਰਨ ਦੇ ਤੌਰ ਤੇ, ਕਿ ਅਗਰ ਉਸ ਤੋਂ ਪਹਿਲਾਂ ਹੀ ਉਹ ਵਿਅਕਤੀ ਦੀ ਮੌਤ ਹੋ ਜਾਂਦੀ ਹੈ ਕਿਸੇ ਐਕਸੀਡੈਂਟ ਦੇ ਵਿੱਚ, ਜਾਂ ਕਿਸ ਤਰ੍ਹਾਂ ਵੀ ਮੰਨ ਕੇ ਚਲੋ ਉਸ ਦੀ ਮੌਤ ਹੋ ਗਈ ਹਾਂਜੀ ਬਪਤਿਸਮਾ ਲਏ ਬਿਨਾਂ ਹੀ, ਹਾਂਜੀ ਤੇ ਹੁਣ ਕੀ ਖੁਦਾ ਉਸ ਨੂੰ ਕਿਹੜੇ ਲੋਕਾਂ 'ਚ ਰੱਖੇਗਾ? ਬਪਤਿਸਮਾ ਪਾਏ ਹੋਏ ਲੋਕਾਂ 'ਚ ਰੱਖੇਗਾ, ਜਾਂ ਬਪਤਿਸਮਾ ਜਿਨ੍ਹਾਂ ਨੇ ਨਹੀਂ ਪਾਇਆ, ਕਿੰਨਾਂ ਦੇ ਵਿੱਚ ਖੁਦਾ ਉਹਨੂੰ ਰੱਖੇਗਾ? ਪਾਏ ਹੋਏ ਲੋਕ। ਖੁਦਾ ਉਹਨੂੰ ਉਹਨਾਂ ਲੋਕਾਂ 'ਚ ਗਿਣੇਗਾ ਜਿਨ੍ਹਾਂ ਨੇ ਬਪਤਿਸਮਾ ਪਾਇਆ ਹੈ। ਹਾਂਜੀ ਕਿਉਂ? ਕਿਉਂਕਿ ਉਹਨੇ ਖੁਦਾ ਦੇ ਵਚਨ ਨੂੰ ਗ੍ਰਹਿਣ ਕੀਤਾ, ਖੁਦਾ ਦੀ ਆਗਿਆ ਦੇ ਅਧੀਨ ਹੋ ਗਿਆ, ਖੁਦਾ ਦੀ ਆਗਿਆ ਨੂੰ ਸਵੀਕਾਰ ਲਿਆ ਹਾਂਜੀ ਤੇ ਆਪਣੇ ਆਪ ਨੂੰ ਤਿਆਰ ਕਰ ਲਿਆ ਕਿ ਹਾਂ ਮੈਂ ਬਪਤਿਸਮਾ ਲੈਣਾ ਹੈ। ਪਰ ਕੁਝ ਐਸੇ ਹਾਲਾਤ ਹੋ ਗਏ ਕਿ ਜਿਸ ਦੇ ਕਾਰਨ ਉਹ ਲੈ ਨਹੀਂ ਪਾਇਆ, ਹਾਂਜੀ ਪਰ ਉਹਨੇ ਦਿਲ ਤੋਂ ਉਸ ਆਗਿਆ ਨੂੰ ਸਵੀਕਾਰ ਲਿਆ ਤੇ ਉਸ ਆਗਿਆ ਨੂੰ ਪੂਰਾ ਕਰਨ ਲਈ ਆਪਣੇ ਆਪ ਨੂੰ ਤਿਆਰ ਕਰ ਲਿਆ। ਹਾਂਜੀ ਸਮਝੇ ਨਾ? ਪਰ ਇੱਕ ਵਿਅਕਤੀ ਸੋਚ ਕੇ ਦੇਖੋ, ਉਹਨੇ ਬਪਤਿਸਮਾ ਲਿਆ ਹੈ, ਬਪਤਿਸਮਾ ਉਹਨੇ ਲਿਆ ਹੈ, ਹਾਂਜੀ ਪਰ ਉਸ ਤੋਂ ਬਾਅਦ ਜਾ ਕੇ ਉਹ ਐਸੇ ਲੋਕਾਂ ਵਿੱਚ ਰਲ ਗਿਆ ਜਿਹੜੇ ਕਹਿੰਦੇ ਬਪਤਿਸਮੇ ਦੀ ਜ਼ਰੂਰਤ ਹੀ ਨਹੀਂ ਹੈਗੀ। ਹਾਂਜੀ ਹਾਂਜੀ ਉਹ ਐਸੇ ਲੋਕਾਂ ਨਾਲ ਸਹਿਮਤ ਹੋ ਗਿਆ ਜਿਹੜੇ ਕਹਿੰਦੇ ਬਪਤਿਸਮੇ ਦੀ ਸਾਨੂੰ ਲੋੜ ਹੀ ਨਹੀਂ, ਅਸੀਂ ਨਹੀਂ ਲੈਣਾ ਬਪਤਿਸਮਾ। ਮੈਂ ਇੱਕ ਪ੍ਰਭੂ ਦੇ ਦਾਸ ਨੂੰ ਮਿਲਿਆ ਆ ਜਿਨ੍ਹਾਂ ਨੇ ਬਪਤਿਸਮਾ ਲਿਆ ਆ, ਪਰ ਅੱਜ ਉਹ ਇਹ ਸਿਖਾ ਰਹੇ ਕਿ ਬਪਤਿਸਮੇ ਦੀ ਲੋੜ ਨਹੀਂ ਹੈ। ਹਾਂਜੀ ਤਾਂ ਮੈਂ ਉਹਨਾਂ ਦੇ ਨਾਲ ਗੱਲਬਾਤ ਕੀਤੀ, ਮੈਂ ਉਹਨਾਂ ਨੂੰ ਇਹ ਕਿਹਾ ਕਿ ਦੇਖੋ ਪਾਸਟਰ ਜੀ, ਤੁਸੀਂ ਭਾਵੇਂ ਬਪਤਿਸਮਾ ਲਿਆ ਆ, ਪਰ ਅੱਜ ਤੁਸੀਂ ਇਸ ਉਪਦੇਸ਼ ਨੂੰ ਜਦੋਂ ਸਵੀਕਾਰ ਕਰ ਲਿਆ ਹਾਂਜੀ ਕਿ ਬਪਤਿਸਮੇ ਦੀ ਲੋੜ ਨਹੀਂ ਆ, ਹੁਣ ਤੁਹਾਡੀ ਗਿਣਤੀ ਖੁਦਾ ਉਹਨਾਂ ਲੋਕਾਂ 'ਚ ਨਹੀਂ ਕਰੇਗਾ ਜਿਨ੍ਹਾਂ ਨੇ ਬਪਤਿਸਮਾ ਪਾਇਆ, ਤੁਹਾਡੀ ਗਿਣਤੀ ਹੁਣ ਉਹਨਾਂ 'ਚ ਹੀ ਹੋਣੀ ਜਿਨ੍ਹਾਂ ਨੇ ਬਪਤਿਸਮਾ ਨਹੀਂ ਪਾਇਆ, ਹਾਂਜੀ ਕਿਉਂਕਿ ਤੁਸੀਂ ਪਾ ਕੇ ਵੀ ਤੁਸੀਂ ਇਨਕਾਰੀ ਹੋ ਗਏ ਬਪਤਿਸਮੇ ਤੋਂ। ਸਹੀ ਗੱਲ। ਇਸ ਕਰਕੇ ਇੱਕ ਵਿਅਕਤੀ ਨੇ ਬਪਤਿਸਮਾ ਪਾਇਆ ਆ, ਪਰ ਅਗਰ ਉਹ ਇਨਕਾਰੀ ਹੋ ਗਿਆ ਅੱਗੇ ਜਾ ਕੇ ਕਿ ਨਹੀਂ ਲੋੜ ਹੈ ਨਹੀਂ ਆ, ਹਾਂਜੀ ਦੂਜਿਆਂ ਨੂੰ ਵੀ ਕਹਿੰਦਾ ਕਿ ਲੋੜ ਹੈ ਨਹੀਂ ਹੈ, ਤਾਂ ਉਹਦੀ ਗਿਣਤੀ ਬਪਤਿਸਮਾ ਪਾ ਕੇ ਵੀ ਉਹ ਬਪਤਿਸਮਾ ਨਾ ਪਾਈ ਲੋਕਾਂ ਵਿੱਚ ਹੀ ਗਿਣਿਆ ਜਾਏਗਾ। ਹਾਂਜੀ ਕਿਉਂ? ਕਿਉਂਕਿ ਉਹਨੇ ਵਚਨ ਤੋਂ ਇਨਕਾਰੀ ਹੋ ਕਈ ਗਿਆ। ਵਿਸ਼ਵਾਸੀ ਜੋ ਬਪਤਿਸਮਾ ਨਹੀਂ ਲੈਂਦੇ, ਇਸ ਤੋਂ ਇਨਕਾਰੀ ਹੋ ਜਾਂਦੇ ਨੇ, ਉਹ ਬਾਈਬਲ ਵਿੱਚੋਂ ਕਿਹੜੀਆਂ ਆਇਤਾਂ ਨੂੰ ਆਧਾਰ ਬਣਾ ਕੇ ਬਪਤਿਸਮਾ ਨਹੀਂ ਲੈਂਦੇ? ਸੋ ਇਸ ਦੇ ਵਾਸਤੇ ਮਤਲਬ ਬਹੁਤ ਸਾਰੀਆਂ ਆਇਤਾਂ ਜੋ ਆ ਉਹ ਲੋਕ ਲੈਂਦੇ ਆ। ਸਭ ਤੋਂ ਪ੍ਰਮੁੱਖ ਤੌਰ ਤੇ ਜਿਹੜੀ ਆਇਤ ਉਹ ਲੈਂਦੇ ਆ ਉਹ ਆ ਰੋਮੀ 10 ਅਧਿਆਏ ਉਸ ਦੀ 9 ਆਇਤ। ਇਸ ਨੂੰ ਮੈਂ ਤੁਹਾਡੇ ਅੱਗੇ ਪੜ੍ਹਨਾ ਚਾਹੁੰਦਾ ਹਾਂ। ਇਸ ਜਗ੍ਹਾ ਤੇ ਲਿਖਿਆ, ਕਿਉਂਕਿ ਜੇ ਤੂੰ ਆਪਣੇ ਮੂੰਹ ਨਾਲ ਪ੍ਰਭੂ ਯਿਸੂ ਦਾ ਇਕਰਾਰ ਕਰੇ ਅਤੇ ਆਪਣੇ ਹਿਰਦੇ ਨਾਲ ਮੰਨ ਲਵੇ ਜੋ ਪਰਮੇਸ਼ਰ ਨੇ ਉਹਨੂੰ ਮੁਰਦਿਆਂ ਵਿੱਚੋਂ ਜਵਾਲਿਆ, ਤਾਂ ਤੂੰ ਬਚਾਇਆ ਜਾਵੇਂਗਾ। ਹੁਣ ਇਸ ਆਇਤ ਨੂੰ ਵੀ ਉਹ ਆਪਣਾ ਆਧਾਰ ਬਣਾਉਂਦੇ ਆ ਕਿ ਇੱਥੇ ਪੌਲੁਸ ਕਹਿ ਰਿਹਾ ਆ ਕਿ ਜੇ ਤੂੰ ਆਪਣੇ ਮੂੰਹ ਦੇ ਨਾਲ ਪ੍ਰਭੂ ਯਿਸੂ ਮਸੀਹ ਦਾ ਇਕਰਾਰ ਕਰੇਗਾ ਤੇ ਤੂੰ ਜ਼ਰੂਰ ਕੀਆ ਬਚ ਜਾਏਗਾ। ਹਿੰਦੀ ਵਿੱਚ ਲਿਖਿਆ ਤੁਮ ਨਿਸ਼ਚੈ ਉਧਾਰ ਪਾਓਗੇ। ਤੋ ਇਸ ਆਇਤ ਨੂੰ ਆਧਾਰ ਬਣਾ ਕੇ ਉਹ ਬੋਲਦੇ ਆ ਕਿ ਇੱਥੇ ਲਿਖਿਆ ਮੂੰਹ ਨਾਲ ਇਕਰਾਰ ਕਰੇਗਾ ਤੇ ਤੂੰ ਬਚ ਜਾਏਗਾ, ਮਤਲਬ ਕਿ ਬਪਤਿਸਮਾ ਲੈਣਾ ਜ਼ਰੂਰੀ ਨਹੀਂ ਆ। ਕਿ ਉਹ ਇਹ ਕਹਿੰਦੇ ਆ ਕਿ ਮੂੰਹ ਨਾਲ ਇਕਰਾਰ ਕਰਨਾ ਹੀ ਅਸੀਂ ਸਾਡਾ ਉਧਾਰ ਹੋ ਜਾਣਾ ਹੈ। ਹਾਂਜੀ ਠੀਕ। ਪਰ ਦੇਖੋ, ਸਭ ਤੋਂ ਪਹਿਲੀ ਚੀਜ਼ ਇਹ ਆ ਕਿ ਤੁਸੀਂ ਬਾਈਬਲ ਦੀ ਇੱਕ ਆਇਤ ਨੂੰ ਲੈ ਕੇ ਤੁਸੀਂ ਇੱਕ ਉਪਦੇਸ਼ ਨਹੀਂ ਬਣਾ ਸਕਦੇ, ਤੁਸੀਂ ਇੱਕ ਉਪਦੇਸ਼ ਨਹੀਂ ਤਿਆਰ ਕਰ ਸਕਦੇ। ਹਾਂਜੀ ਉਹਦੇ ਵਾਸਤੇ ਤੁਹਾਨੂੰ ਪੂਰੀ ਇੱਕ ਬਾਈਬਲ ਨੂੰ ਜੋ ਆ ਲੈ ਕੇ ਚੱਲਣਾ ਪਊਗਾ। ਅਗਰ ਤੁਸੀਂ ਇੱਕ ਨਿਚੋੜ ਅਗਰ ਤੁਸੀਂ ਕੱਢਣਾ ਹੈ ਇੱਕ ਗੱਲ ਦਾ, ਹਾਂਜੀ ਸਮਝੇ ਨਾ। ਹੁਣ ਰੋਮੀਆਂ ਦੀ ਜੋ ਪੱਤਰੀ ਆ, ਇਸ ਦਾ ਪ੍ਰਮੁੱਖ ਤੌਰ ਤੇ ਜੋ ਸੰਦੇਸ਼ ਕੀ ਆ ਕਿ ਇੱਕ ਵਿਸ਼ਵਾਸੀ ਨੂੰ ਮੁਕਤੀ ਪਾਉਣ ਵਾਸਤੇ, ਇੱਕ ਮਸੀਹੀ ਵਿਅਕਤੀ ਨੂੰ ਜੋ ਆ ਉਹ ਜ਼ਰੂਰਤ ਆ ਪ੍ਰਭੂ ਯਿਸੂ ਮਸੀਹ ਦੀ। ਪ੍ਰਭੂ ਯਿਸੂ ਮਸੀਹ ਤੇ ਵਿਸ਼ਵਾਸ ਕਰਨ ਦੇ ਨਾਲ ਅਸੀਂ ਨਜਾਤ ਪਾ ਸਕਦੇ ਹਾਂ। ਸਾਨੂੰ ਸ਼ਰ੍ਹਾ ਦੇ ਜੋ ਕਾਇਦੇ ਕਾਨੂੰਨ ਆ ਉਹਨਾਂ ਨੂੰ ਪੂਰਾ ਕਰਨ ਦੀ ਜ਼ਰੂਰਤ ਨਹੀਂ ਆ। ਇਹ ਆ ਰੋਮੀਆਂ ਦੀ ਪੱਤਰੀ ਦਾ ਜੋ ਪ੍ਰਮੁੱਖ ਤੌਰ ਤੇ ਜੋ ਵਿਸ਼ਾ ਆ। ਠੀਕ ਹੈ। ਕਿਉਂਕਿ ਜਦੋਂ ਪ੍ਰਭੂ ਯਿਸੂ ਮਸੀਹ ਧਰਤੀ ਤੇ ਆਇਆ, ਉਸ ਸਮੇਂ ਯਹੂਦੀ ਲੋਕ ਜੋ ਆ ਉਹ ਮੂਸਾ ਦੀ ਸ਼ਰ੍ਹਾ ਲੈ ਕੇ ਕੀ ਕਰ ਰਹੇ ਆ, ਚੱਲ ਰਹੇ ਆ। ਔਰ ਉਹਨਾਂ ਦੇ ਕੋਲ ਕਈ ਤਰ੍ਹਾਂ ਦੇ ਕਾਇਦੇ ਕਾਨੂੰਨ ਆ ਜਿਨ੍ਹਾਂ ਨੂੰ ਲੈ ਕੇ ਉਹ ਚੱਲਦੇ ਆ। ਹਾਂਜੀ ਔਰ ਉਹਨਾਂ ਦੀ ਸੋਚ ਸ਼ਰ੍ਹਾ ਤੋਂ ਸ਼ੁਰੂ ਹੁੰਦੀ ਆ ਤੇ ਸ਼ਰ੍ਹਾ ਤੇ ਹੀ ਸਮਾਪਤ ਹੁੰਦੀ ਆ। ਠੀਕ ਹੈ। ਪਰ ਜਦੋਂ ਯਿਸੂ ਮਸੀਹ ਉਠਾਏ ਗਏ, ਕਲੀਸਿਆ ਦੀ ਸਥਾਪਨਾ ਹੋਈ, ਤਾਂ ਪਹਿਲੀ ਸਦੀ ਦੇ ਵਿੱਚ ਉਸ ਸਮੇਂ ਯਹੂਦੀਆਂ ਦੇ ਖੂਨ ਵਿੱਚ ਇੱਕ ਹੀ ਚੀਜ਼ ਆ, ਉਹ ਮੂਸਾ ਦੀ ਵਿਵਸਥਾ ਹੈ।
ਇਸ ਲਈ ਜਦੋਂ ਇਹ ਉਪਦੇਸ਼ ਇੱਕ ਨਵਾਂ ਨਿਕਲ ਕੇ ਆਇਆ ਕਿ ਯੀਸ਼ੂ ਮਸੀਹ ਤੇ ਵਿਸ਼ਵਾਸ ਕਰਨ ਦੇ ਨਾਲ ਅਸੀਂ ਨਿਜਾਤ ਪਾ ਸਕਦੇ ਹਾਂ, ਸਾਨੂੰ ਮੂਸਾ ਦੀ ਜਿਹੜੀ ਵਿਵਸਥਾ ਆ ਉਸ ਦਾ ਪਾਲਨ ਕਰਨ ਦੀ ਹੁਣ ਜ਼ਰੂਰਤ ਨਹੀਂ ਹੈ। ਹਾਂਜੀ ਤਾਂ ਇਹ ਗੱਲ ਜਿਹੜੀ ਯਹੂਦੀਆਂ ਨੂੰ ਹਜਮ ਨਹੀਂ ਹੋਈ। ਠੀਕ ਹੈ। ਕਿਉਂਕਿ ਉਹਨਾਂ ਦੀਆਂ ਪੀੜ੍ਹੀਆਂ ਕਈ 100 ਸਾਲਾਂ ਤੋਂ ਮੂਸਾ ਦੀ ਵਿਵਸਥਾ ਲੈ ਕੇ ਚੱਲ ਰਹੀਆਂ। ਹਾਂਜੀ ਤਾਂ ਇਸ ਲਈ ਪੌਲੁਸ ਨੇ ਉਹਨਾਂ ਨੂੰ ਇਹ ਸਮਝਾਇਆ ਕਿ ਅਗਰ ਤੁਸੀਂ ਪ੍ਰਭੂ ਯੀਸ਼ੂ ਮਸੀਹ ਨੂੰ ਆਪਣਾ ਅੰਗੀਕਾਰ ਕਰੋਗੇ ਆਪਣੇ ਮੂੰਹ ਦੇ ਨਾਲ, ਤੇ ਫਿਰ ਤੁਸੀਂ ਮੁਕਤੀ ਪਾਲੋਗੇ। ਤੁਹਾਨੂੰ ਸ਼ਰ੍ਹਾ ਦਾ ਪਾਲਨ ਕਰਨ ਦੀ ਜ਼ਰੂਰਤ ਨਹੀਂ ਹੈ। ਸਹੀ। ਉੱਥੇ ਕੰਪੈਰੀਜ਼ਨ ਚੱਲ ਰਿਹਾ ਆ, ਤੁਲਨਾ ਚੱਲ ਰਹੀ ਹੈ ਸ਼ਰ੍ਹਾ ਦੀ ਔਰ ਪ੍ਰਭੂ ਯੀਸ਼ੂ ਮਸੀਹ ਤੇ ਵਿਸ਼ਵਾਸ ਕਰਨ ਦੀ। ਠੀਕ ਹੈ। ਕਿ ਜੋ ਚੀਜ਼ ਤੁਸੀਂ ਭਾਲ ਰਹੇ ਜੇ ਸ਼ਰ੍ਹਾ ਦਾ ਪਾਲਨ ਕਰਕੇ, ਉਹ ਚੀਜ਼ ਤੁਹਾਨੂੰ ਮਿਲ ਜਾਏਗੀ ਸਿਰਫ ਪ੍ਰਭੂ ਯੀਸ਼ੂ ਮਸੀਹ ਤੇ ਵਿਸ਼ਵਾਸ ਕਰਕੇ ਤੇ ਉਹਨੂੰ ਪ੍ਰਭੂ ਅੰਗੀਕਾਰ ਕਰਨ ਦੇ ਨਾਲ। ਠੀਕ ਹੈ। ਪਰ ਇਹ ਜਿਹੜੇ ਲੋਕ ਆ ਜਿਹੜੇ ਅੱਜ ਕਹਿੰਦੇ ਬਪਤਿਸਮੇ ਦੀ ਜ਼ਰੂਰਤ ਨਹੀਂ ਆ, ਇਹ ਰੋਮੀਆਂ ਦੀ ਪੱਤਰੀ ਦਾ ਪੂਰਾ ਉਸ ਕਨਸੈਪਟ ਨੂੰ ਸਮਝਣ ਦੀ ਬਜਾਏ ਇਹ ਇਸ ਆਇਤ ਨੂੰ ਲੈ ਕੇ ਇਹਨਾਂ ਨੇ ਇਸ ਆਇਤ ਦਾ ਕੰਪੈਰੀਜ਼ਨ ਕਿੱਧਰ ਕਰਤਾ? ਬਪਤਿਸਮੇ ਦੇ ਨਾਲ। ਠੀਕ ਠੀਕ। ਪੌਲੁਸ ਇਹ ਕਹਿ ਰਿਹਾ ਆ ਕਿ ਮੂੰਹ ਦਾ ਇਕਰਾਰ ਕਰੋ ਤੇ ਸ਼ਰ੍ਹਾ ਦੀ ਜ਼ਰੂਰਤ ਨਹੀਂ ਹੈ। ਇਹ ਇਹਨਾਂ ਨੇ ਤੁਲਨਾ ਕਿੱਧਰ ਲੈ ਗਏ ਆ ਕਿ ਮੂੰਹ ਨਾਲ ਇਕਰਾਰ ਕਰੋ ਤੇ ਬਪਤਿਸਮੇ ਦੀ ਜ਼ਰੂਰਤ ਨਹੀਂ। ਬਪਤਿਸਮੇ ਦਾ ਤੇ ਵਿਸ਼ਾ ਹੀ ਜਿਹੜਾ ਪੌਲੁਸ ਜੋ ਆ ਇੱਥੇ ਲੈ ਹੀ ਨਹੀਂ ਰਿਹਾ। ਹਾਂਜੀ ਇੱਥੇ ਤਾਂ ਗੱਲ ਸ਼ਰ੍ਹਾ ਦੀ ਔਰ ਵਿਸ਼ਵਾਸ ਦੀ ਚੱਲ ਰਹੀ ਹੈ। ਸਹੀ। ਹਨਾ? ਇੱਥੇ ਬਪਤਿਸਮੇ ਦੀ ਔਰ ਮੂੰਹ ਦਾ ਇਕਰਾਰ ਦਾ ਆਪਸ 'ਚ ਕੋਈ ਤੁਲਨਾ ਥੋੜੀ ਚੱਲ ਰਹੀ ਹੈ। ਹਾਂਜੀ ਸਮਝੇ ਨਾ? ਜੇ ਤੁਸੀਂ ਬਪਤਿਸਮੇ ਦੇ ਬਾਰੇ ਪੜ੍ਹਨਾ ਹੈ ਤੇ ਉਹ ਵੀ ਪੌਲੁਸ ਨੇ ਕਵਰ ਕੀਤਾ ਹੈ ਰੋਮੀ 6ਵੇਂ ਅਧਿਆਏ ਦੇ ਵਿੱਚ ਕਿ ਜਿਨ੍ਹਾਂ ਨੇ ਮਸੀਹ ਦੇ ਵਿੱਚ ਬਪਤਿਸਮਾ ਲਿਆ ਆ ਉਹਨਾਂ ਨੇ ਉਹਦੀ ਮੌਤ ਦਾ ਬਪਤਿਸਮਾ ਲਿਆ ਹੈ। ਸਮਝੇ ਨਾ? ਅਸੀਂ ਉਹਦੇ ਨਾਲ ਦੱਬੇ ਗਏ ਆ, ਅਸੀਂ ਉਸ ਦੇ ਨਾਲ ਜਿਵਾਏ ਗਏ। ਸੋ ਇਹ ਵੀ ਵਿਸ਼ਾ ਤੋਂ ਪੌਲੁਸ ਇਸੇ ਹੀ ਪੱਤਰੀ ਵਿੱਚ ਲੈ ਰਿਹਾ ਹੈ। ਸਮਝੇ? ਇਸ ਕਰਕੇ ਜੇ ਤੁਸੀਂ ਬਪਤਿਸਮੇ ਦੇ ਬਾਰੇ ਦੇਖਣਾ ਹੈ ਤਾਂ ਉਹਦੇ ਵਾਸਤੇ ਜਿੱਥੇ ਬਪਤਿਸਮੇ ਦੇ ਵਚਨ ਆ ਉੱਥੋਂ ਤੁਸੀਂ ਪੜ੍ਹੋ ਜਾ ਕੇ। ਇੱਥੇ ਵੀ ਗੱਲ ਚੱਲ ਰਹੀ ਹੈ ਵਿਸ਼ਵਾਸ ਦੀ, ਹਨਾ, ਕਿ ਆਪਣਾ ਮੂੰਹ ਨਾਲ ਅੰਗੀਕਾਰ ਕਰਨ ਦੀ, ਤੇ ਉਹਨੂੰ ਲੈ ਕੇ ਤੁਸੀਂ ਇੱਕ ਉਪਦੇਸ਼ ਹੀ ਤਿਆਰ ਕਰ ਲਿਆ। ਸਮਝੇ ਨਾ? ਔਰ ਸਿਰਫ ਇੱਥੇ ਹੀ ਨਹੀਂ ਬਲਕਿ ਹੋਰ ਵੀ ਕਈ ਆਇਤਾਂ ਆ ਜਿਨ੍ਹਾਂ ਨੂੰ ਉਹ ਲੈਂਦੇ ਆ। ਇਬਰਾਨੀ 6 ਅਧਿਆਏ ਉਸ ਦੀ ਇੱਕ ਆਇਤ ਤੋਂ ਜਦੋਂ ਅਸੀਂ ਪੜ੍ਹਦੇ ਆ, ਇਸ ਜਗ੍ਹਾ ਤੇ ਲਿਖਿਆ, ਇਸ ਕਾਰਨ ਅਸੀਂ ਮਸੀਹ ਦੀ ਸਿੱਖਿਆ ਦੀਆਂ ਆਦ ਗੱਲਾਂ ਛੱਡ ਕੇ ਸਿਆਣਪੁਣੇ ਦੀ ਵੱਲ ਅਗਾਂਹ ਵਧਦੇ ਜਾਈਏ ਅਤੇ ਮੁਰਦਿਆਂ ਕੰਮਾਂ ਤੋਂ ਤੌਬਾ ਕਰਨ ਦੀ ਨੀਂਹ ਮੁੜ ਕੇ ਨਾ ਧਰੀਏ, ਨਾਲੇ ਪਰਮੇਸ਼ਰ ਉੱਤੇ ਨਿਹਚਾ ਕਰਨ ਦੀ, ਇਸ਼ਨਾਨਾਂ ਦੀ ਸਿੱਖਿਆ ਦੀ, ਹੱਥ ਰੱਖਣ ਦੀ, ਮੁਰਦਿਆਂ ਦੇ ਜੀ ਉੱਠਣ ਦੀ ਅਤੇ ਸਦੀਪਕ ਨਿਆਉਣ ਦੀ। ਹੁਣ ਇਹ ਕਹਿੰਦੇ ਆ ਕਿ ਇਸ ਆਇਤ ਦਾ ਮਤਲਬ ਆ ਕਿ ਮਸੀਹ ਦੀ ਸਿੱਖਿਆ ਦੀਆਂ ਆਦ ਗੱਲਾਂ ਛੱਡ ਕੇ, ਹਾਂਜੀ, ਮਤਲਬ ਮਸੀਹ ਦੀ ਸਿੱਖਿਆ ਦੀਆਂ ਜਿਹੜੀਆਂ ਸ਼ੁਰੂਆਤੀ ਗੱਲਾਂ ਸੀ ਉਹਨਾਂ ਨੂੰ ਇੱਥੇ ਜਾ ਕੇ ਕਹਿੰਦੇ ਸਾਨੂੰ ਇਹ ਕਿਹਾ ਗਿਆ ਹੈ ਹੁਣ ਉਹਨਾਂ ਨੂੰ ਛੱਡ ਦਿਓ। ਕਹਿੰਦੇ ਆ ਵੇਖੋ ਥੱਲੇ ਜਿਹੜੀ ਲਿਸਟ ਦਿੱਤੀ ਗਈ ਆ ਉਸ ਦੇ ਵਿੱਚ ਹੁੰਦੀ ਇਸ਼ਨਾਨਾਂ ਦੀ ਸਿੱਖਿਆ, ਮਤਲਬ ਬਪਤਿਸਮੇ। ਹਾਂਜੀ ਉਹ ਕਹਿੰਦੇ ਕਿ ਇਹ ਬਪਤਿਸਮਾ ਹੁਣ ਅਸੀਂ ਛੱਡ ਦੇਣਾ ਹੈ। ਕਿਉਂ? ਕਿਉਂਕਿ ਇੱਥੇ ਲਿਖਿਆ ਆਦ ਗੱਲਾਂ ਛੱਡ ਦਿਓ। ਠੀਕ। ਸਮਝੇ ਨਾ? ਸੋ ਇਹ ਵਚਨ ਦਾ ਕਨਸੈਪਟ ਨੂੰ, ਸੰਦਰਭ ਨੂੰ ਸਮਝਣ ਦੀ ਬਜਾਏ ਇਹਨਾਂ ਨੇ ਉਹਨੂੰ ਕਿਸ ਦਿਸ਼ਾ ਵਿੱਚ ਕੀ ਕਰ ਲਿਆ? ਮੋੜ ਲਿਆ। ਹੁਣ ਇੱਥੇ ਜੇ ਅਸੀਂ ਕਹੀਏ ਕਿ ਆਹ ਜਿਹੜੀ ਲਿਸਟ ਥੱਲੇ ਦਿੱਤੀ ਗਈ ਆ ਕਿ ਜੇ ਇਹ ਸਾਰੀਆਂ ਗੱਲਾਂ ਇਹ ਛੱਡਣੀਆਂ ਆ, ਹਨਾ, ਇਹਦੇ ਵਿੱਚ ਲਿਸਟ 'ਚ ਆ ਗਿਆ ਇਸ਼ਨਾਨਾਂ ਦੀ ਸਿੱਖਿਆ, ਮਤਲਬ ਜੋ ਬਪਟਿਜ਼ਮ ਹੈ, ਹਾਂਜੀ, ਵੀ ਇਹ ਵੀ ਛੱਡ ਦਿਓ। ਤੇ ਇਸ ਲਿਸਟ ਨੂੰ ਤੁਸੀਂ ਗੌਰ ਕਰੋ, ਇਹਨੂੰ ਧਿਆਨ ਨਾਲ ਅਗਰ ਅਸੀਂ ਪੜ੍ਹੀਏ ਨਾ ਤਾਂ ਇੱਥੇ ਲਿਖਿਆ ਪਰਮੇਸ਼ਰ ਉੱਤੇ ਨਿਹਚਾ ਕਰਨ ਦੀ। ਹੁਣ ਇੱਥੇ ਇਹ ਵੀ ਗੱਲ ਲਿਖੀ ਆ ਪਰਮੇਸ਼ਰ ਉੱਤੇ ਨਿਹਚਾ ਕਰਨ ਦੀ। ਤੇ ਹੁਣ ਆਦ ਸਿੱਖਿਆ ਦੀਆਂ ਗੱਲਾਂ ਛੱਡ ਕੇ ਤੇ ਜੇ ਅਸੀਂ ਕਹੀਏ ਕਿ ਇਹ ਸਾਰੀਆਂ ਥਲੜੀਆਂ ਗੱਲਾਂ ਛੱਡ ਦੇਣੀਆਂ ਤੇ ਫਿਰ ਤੇ ਸਾਨੂੰ ਨਿਹਚਾ ਕਰਨੀ ਵੀ ਛੱਡਣੀ ਪੈਣੀ ਹੈ। ਇਹਦਾ ਕਨਸੈਪਟ ਨੂੰ ਸਮਝਣਾ ਪੈਣਾ ਹੈ। ਕਿਉਂਕਿ ਜਦੋਂ 5ਵਾਂ ਅਧਿਆਇ ਸਮਾਪਤ ਹੋ ਰਿਹਾ ਹੈ ਨਾ 5 ਦੀ 11 ਤੋਂ ਲੈ ਕੇ 14 ਤੱਕ, ਉੱਥੇ ਪੌਲੁਸ ਉਹਨਾਂ ਨੂੰ ਇੱਕ ਸ਼ਿਕਾਇਤ ਕਰ ਰਿਹਾ ਹੈ। ਉਹ ਸ਼ਿਕਾਇਤ ਕੀ ਆ? ਕਹਿੰਦਾ ਕਿ ਤੁਸੀਂ ਜਿੰਨਾ ਸਮਾਂ ਤੁਹਾਨੂੰ ਹੋ ਗਿਆ ਹੈ ਮਸੀਹ ਵਿੱਚ ਚੱਲਦਿਆਂ ਸਿੱਖਦਿਆਂ, ਤਾਂ ਉਹਦੇ ਹਿਸਾਬ ਨਾਲ ਕਹਿੰਦਾ ਤੁਹਾਨੂੰ ਹੁਣ ਤੱਕ ਸਿਖਾਉਣ ਵਾਲੇ ਹੋ ਜਾਣਾ ਚਾਹੀਦਾ ਸੀਗਾ। ਪਰ ਕਹਿੰਦਾ ਕਿ ਤੁਹਾਨੂੰ ਤਾਂ ਜ਼ਰੂਰਤ ਪਈ ਹੈ ਕਿ ਕੋਈ ਤੁਹਾਨੂੰ ਆ ਕੇ ਤੇ ਤੁਹਾਨੂੰ ਫਿਰ ਸਿੱਖਿਆ ਦੀਆਂ ਜਿਹੜੀਆਂ ਸ਼ੁਰੂਆਤੀ ਗੱਲਾਂ ਤੁਹਾਨੂੰ ਫਿਰ ਸਿਖਾਵੇ। ਕਹਿੰਦਾ ਹੁਣ ਤੱਕ ਤੁਹਾਨੂੰ ਅੰਨ ਖਾਣ ਵਾਲੇ ਹੋ ਜਾਣਾ ਚਾਹੀਦਾ ਸੀ, ਪਰ ਤੁਸੀਂ ਤੇ ਅਜੇ ਵੀ ਦੁੱਧ ਪੀਣ ਵਾਲੇ ਬਣੇ ਹੋਏ ਜੇ। ਸਮਝੇ ਨਾ? ਤਾਂ ਉਸ ਚੀਜ਼ ਨੂੰ ਕੀ ਕਰ ਰਿਹਾ? ਉਹ ਗੱਲ ਕਰ ਰਿਹਾ ਆ ਕਿ ਤੁਸੀਂ ਜਦੋਂ ਵੇਖੋ ਇੱਕ ਉਦਾਹਰਨ ਦੇ ਤੌਰ ਤੇ ਇੱਕ ਛੋਟਾ ਬੱਚਾ ਆ, ਹਾਂਜੀ, ਉਹ ਪਹਿਲੋਂ ਕੀ ਕਰਦਾ? ਬੋਤਲ ਵਿੱਚ ਦੁੱਧ ਪੀਂਦਾ ਆ। ਹਾਂਜੀ, ਸਮਝੇ?
ਤੋ ਇੱਕ ਸਮਾਂ ਆਉਂਦਾ ਜਦੋਂ ਕਹਿੰਦੇ ਕਿ ਜੀ ਬੋਤਲ ਛਡਾ ਦਿਓ, ਠੀਕ ਹੈ, ਤੋ ਫਿਰ ਉਹਨੂੰ ਗਲਾਸ ਵਿੱਚ ਦੁੱਧ ਕੀ ਹੈ ਦਿੱਤਾ ਜਾਂਦਾ ਹੈ। ਪਰ ਜੇ ਇੱਕ 15 ਸਾਲ ਦਾ ਬੱਚਾ ਅਸੀਂ ਦੇਖੀਏ ਤੇ ਉਹ ਬੋਤਲ 'ਚ ਦੁੱਧ ਪੀ ਰਿਹਾ, ਤਾਂ ਉੱਥੇ ਫਿਰ ਅਸੀਂ ਕਹਿਣਾ ਕਿ ਇਹ ਗੱਲਾਂ ਹੁਣ ਤੂੰ ਛੱਡ ਦੇ, ਹੁਣ ਤੂੰ ਸਿਆਣਪੁਣੇ ਵੱਲ ਕੀ ਕਰ ਵੱਧ, ਸਮਝੇ ਨਾ। ਤਾਂ ਉੱਥੇ ਮਤਲਬ ਪੌਲੁਸ ਉਹਨਾਂ ਨੂੰ ਇਹ ਸਿਖਾ ਰਿਹਾ ਆ, ਪ੍ਰਭੂ ਦਾ ਦਾਸ ਇਬਰਾਨੀਆਂ ਦਾ ਜੋ ਲੇਖਕ ਆ ਉਹ ਇਹ ਦੱਸ ਰਿਹਾ ਆ ਕਿ ਇਸ ਮਸੀਹ ਦੀ ਸਿੱਖਿਆ ਦੀਆਂ ਆਦ ਗੱਲਾਂ ਛੱਡ ਕੇ, ਮਤਲਬ ਕਿ ਜੋ ਚੀਜ਼ਾਂ ਸ਼ੁਰੂਆਤੀ ਦੌਰ ਵਿੱਚ ਤੁਸੀਂ ਸਿੱਖੀਆਂ ਆ, ਹੁਣ ਉੱਥੇ ਹੀ ਨਾ ਬੈਠੇ ਰਹੋ। ਇਹ ਸ਼ੁਰੂਆਤੀ ਵਿਸ਼ੇ ਜੋ ਤੁਸੀਂ ਸਿੱਖਿਆ, ਹੁਣ ਅੱਗੇ ਵਧੋ, ਹੋਰ ਗਹਿਰਾਈ ਚ ਉਤਰੋ, ਹੋਰ ਜ਼ਿਆਦਾ ਸਿਆਣਪੁਣੇ ਵਾਲੇ ਵਿਸ਼ੇ ਜਿਹੜੇ ਆ ਸਿੱਖੋ। ਇਸ ਕਰਕੇ ਕਹਿੰਦਾ ਆਦ ਗੱਲਾਂ ਨੂੰ ਛੱਡ ਕੇ, ਕਿਉਂਕਿ ਤੁਸੀਂ ਦੇਖ ਲਓ ਕਈ ਵਿਸ਼ਵਾਸੀਆਂ ਦੀ ਜ਼ਿੰਦਗੀ ਕੀ ਹੁੰਦੀ ਆ ਕਿ ਉਹਨਾਂ ਨੂੰ 5 ਸਾਲ ਪਹਿਲੋਂ ਵੀ ਇਹੀ ਸਿਖਾਉਣਾ ਪੈਂਦਾ ਸੀ ਕਿ ਭਰਾ ਤੂੰ ਦੁਆ ਕਰਿਆ ਕਰ, ਕਿਉਂਕਿ ਉਹ ਦੁਆ ਹੀ ਨਹੀਂ ਕਰਦਾ। ਉਹ ਵਚਨ ਪੜਿਆ ਕਰ, ਚਰਚ ਆਇਆ ਕਰ, ਚਰਚ ਸਮੇਂ ਸਿਰ ਆਇਆ ਕਰ। ਹੁਣ 5 ਸਾਲ ਬਾਅਦ ਆਏ ਆ ਤਾਂ ਫਿਰ ਉਹੀ ਗੱਲਾਂ। ਉਹ ਕਹਿੰਦਾ ਜੀ ਸਾਡੇ ਕੋਲ ਦੁਆ ਨਹੀਂ ਹੁੰਦੀ, ਸਾਡੇ ਕੋਲ ਵਚਨ ਨਹੀਂ ਪੜਿਆ ਜਾਂਦਾ, ਕਦੀ ਕਦੀ ਚਰਚ ਨਹੀਂ ਆਇਆ ਜਾਂਦਾ। ਤਾਂ ਫਿਰ ਅਸੀਂ ਉਹਨਾਂ ਨੂੰ ਬਿਠਾ ਕੇ ਫਿਰ ਉਹੀ ਗੱਲਾਂ 5 ਸਾਲ ਪਹਿਲੋਂ ਜੋ ਸਿਖਾਉਂਦੇ ਸੀ ਉਹੀ ਹੁਣ ਸਿਖਾ ਰਹੇ ਹਾਂ। 10 ਸਾਲ ਬਾਅਦ ਵੀ ਅਸੀਂ ਉਹਨਾਂ ਨੂੰ ਉਹੀ ਗੱਲਾਂ ਸਿਖਾ ਰਹੇ ਹਾਂ ਜਿਹੜੀਆਂ ਪਹਿਲਾਂ ਸਿਖਾਈਆਂ। ਫਿਰ ਅਸੀਂ ਕਹਿੰਦੇ ਕਿ ਤੁਸੀਂ ਭਾਈ ਸਾਹਿਬ ਇਹ ਆਦ ਗੱਲਾਂ ਛੱਡ ਕੇ ਤੇ ਕੀ ਕਰੋ, ਅੱਗੇ ਵਧੋ। ਹਾਂਜੀ, ਸਮਝੇ। ਤਾਂ ਉਹ ਕੌਨਸੈਪਟ ਆ, ਸਮਝੇ ਨਾ। ਹੁਣ ਮਤਲਬ ਜਿਸ ਤਰ੍ਹਾਂ ਅਸੀਂ ਇੱਕ ਸਕੂਲ 'ਚ ਜਾਂਦੇ ਹਾਂ ਤੇ ਇੱਕ ਨਰਸਰੀ 'ਚ ਬੱਚਾ ਹੈ, ਠੀਕ ਹੈ ਨਾ, ਉਹਨੂੰ ਊੜਾ ਐੜਾ ਪੜ੍ਹਾਇਆ ਜਾ ਰਿਹਾ ਜਾਂ ABC ਪੜ੍ਹਾਈ ਜਾ ਰਹੀ। ਹੁਣ ਉਹ 5ਵੀਂ 'ਚ ਹੋ ਗਿਆ ਹੈ ਤੇ ਇੱਥੇ ਜਾ ਕੇ ਫਿਰ ਉਹ ਕੀ ਆ, ਫੜ ਕੇ ਬੈਠਾ ਊੜਾ ਐੜਾ ਹੀ ਪੜ੍ਹੀ ਜਾ ਰਿਹਾ, ABC ਪੜ੍ਹੀ ਜਾ ਰਿਹਾ। ਤਾਂ ਉੱਥੇ ਇੱਕ ਟੀਚਰ ਹੁੰਦਾ ਹੈ ਤੇ ਉਹਨੂੰ ਕਹਿੰਦਾ ਕਿ ਇਹ ਚੀਜ਼ ਨੂੰ ਤੂੰ ਹੁਣ ਛੱਡ ਕੇ ਤੇ ਤੂੰ ਅਗਲਾ ਸਿਲੇਬਸ ਕੀ ਕਰ। ਉਹ ਕੌਨਸੈਪਟ ਆ। ਇੱਥੇ ਬਪਤਿਸਮਾ ਛੱਡਣ ਦੀ ਗੱਲ ਨਹੀਂ ਹੈ। ਹੁਣ ਜਦੋਂ ਤੁਸੀਂ ਬਪਤਿਸਮਾ ਲੈ ਲਿਆ ਆ ਤੇ ਹੁਣ ਤੁਸੀਂ ਅੱਗੇ ਵਧੋ, ਠੀਕ ਹੈ ਨਾ। ਕਿਉਂਕਿ ਜੇ ਅਸੀਂ ਗੱਲ ਕਰੀਏ ਕਿ ਬਪਤਿਸਮਾ ਜਿਹੜਾ ਛੱਡਣ ਦੀ ਗੱਲ ਅਸੀਂ ਕਰੀਏ ਕਿ, ਤਾਂ ਸਭ ਤੋਂ ਪਹਿਲੀ ਚੀਜ਼ ਆ ਕਿ ਬਪਤਿਸਮਾ ਜੇ ਅੱਜ ਦੀ ਕਲੀਸਿਆ ਲਈ ਜ਼ਰੂਰੀ ਨਹੀਂ ਆ ਤੇ ਫਿਰ ਪਹਿਲੀ ਸਦੀ ਦੀ ਕਲੀਸਿਆ ਲਈ ਉਹ ਜ਼ਰੂਰੀ ਕਿਉਂ ਸੀਗਾ, ਜਦੋਂ ਪ੍ਰਭੂ ਯਿਸੂ ਮਸੀਹ ਨੇ ਕਿਹਾ ਕਿ ਬਪਤਿਸਮਾ ਦਿਓ। ਹਾਂਜੀ। ਸੋ ਇਸ ਵਿਸ਼ੇ ਦੇ ਉੱਤੇ ਮੇਰੀ ਕੁਝ ਐਸੇ ਵਿਸ਼ਵਾਸੀਆਂ ਦੇ ਨਾਲ ਗੱਲਬਾਤ ਹੋਈ, ਐਸੇ ਕੁਝ ਪ੍ਰਭੂ ਦੇ ਦਾਸਾਂ ਨਾਲ ਵੀ ਗੱਲਬਾਤ ਹੋਈ ਜਿਹੜੇ ਬਪਤਿਸਮਾ ਨਹੀਂ ਦਿੰਦੇ। ਕਹਿੰਦੇ ਕਿੱਥੇ ਲਿਖਿਆ ਕਿ ਪੌਲੁਸ ਨੇ ਦਰੋਗੇ ਨੂੰ ਜੋ ਆ ਡੁਬਕੀ ਵਾਲਾ ਬਪਤਿਸਮਾ ਦਿੱਤਾ। ਤਾਂ ਮੈਂ ਉਹਨਾਂ ਨੂੰ ਇਹ ਸਵਾਲ ਕੀਤਾ ਕਿ ਦੇਖੋ, ਪਵਿੱਤਰ ਆਤਮਾ ਦਾ ਜੋ ਬਪਤਿਸਮਾ ਆ ਉਹ ਇੱਕ ਮਨੁੱਖ ਜਿਹੜਾ ਆ ਉਹ ਦੂਜੇ ਮਨੁੱਖ ਨੂੰ ਨਹੀਂ ਦੇ ਸਕਦਾ, ਸਮਝੇ ਨਾ। ਕਿਉਂਕਿ ਉਹ ਬਪਤਿਸਮਾ ਤੋਂ ਪਰਮੇਸ਼ਰ ਇੱਕ ਮਨੁੱਖ ਨੂੰ ਹੀ ਦੇ ਸਕਦਾ ਹੈ, ਪਵਿੱਤਰ ਆਤਮਾ ਦਾ। ਇਸ ਲਈ ਯਹੂਨਾ ਬਪਤਿਸਮਾ ਦੇਣ ਵਾਲੇ ਨੇ ਕਿਹਾ ਸੀ ਨਾ ਕਿ ਮੈਂ ਤੁਹਾਨੂੰ ਪਾਣੀ ਨਾਲ ਬਪਤਿਸਮਾ ਦੇ ਰਿਹਾ, ਪਰ ਮੇਰੇ ਤੋਂ ਮਗਰੋਂ ਇੱਕ ਆਉਣ ਵਾਲਾ ਆ, ਉਹ ਤੁਹਾਨੂੰ ਪਵਿੱਤਰ ਆਤਮਾ ਤੇ ਅੱਗ ਦੇ ਨਾਲ ਬਪਤਿਸਮਾ ਦਊਗਾ। ਹਾਂਜੀ, ਹਨਾ। ਯਹੂਨਾ ਨੇ ਦੱਸਿਆ ਕਿ ਮਤਲਬ ਮੈਂ ਮਨੁੱਖ ਹਾਂ, ਮੈਂ ਦੇ ਸਕਦਾ ਹਾਂ ਤੁਹਾਨੂੰ ਪਾਣੀ ਦਾ ਬਪਤਿਸਮਾ, ਪਰ ਪਵਿੱਤਰ ਆਤਮਾ ਦਾ ਬਪਤਿਸਮਾ ਤੁਹਾਨੂੰ ਜੇ ਕੋਈ ਦੇ ਸਕਦਾ ਹੈ ਤੇ ਉਹ ਖੁਦਾ ਹੀ ਦੇ ਸਕਦਾ ਹੈ। ਹਾਂਜੀ। ਤਾਂ ਮੈਂ ਉਹਨਾਂ ਨੂੰ ਇਹ ਸਵਾਲ ਕੀਤਾ ਕਿ ਪਵਿੱਤਰ ਆਤਮਾ ਦਾ ਬਪਤਿਸਮਾ ਪੌਲੁਸ ਉਹਨਾਂ ਨੂੰ ਦੇ ਨਹੀਂ ਸਕਦਾ, ਤੇ ਪਾਣੀ ਦਾ ਬਪਤਿਸਮਾ ਤੁਸੀਂ ਕਹਿੰਦੇ ਜੇ ਉਹਨੇ ਦਿੱਤਾ ਨਹੀਂ, ਹਾਂਜੀ, ਤੇ ਫਿਰ ਉਹਨੇ ਕਿਹੜਾ ਬਪਤਿਸਮਾ ਦਿੱਤਾ? ਤਾਂ ਇਸ ਸਵਾਲ ਦਾ ਉਹਨਾਂ ਦੇ ਕੋਲ ਕੋਈ ਜਵਾਬ ਨਹੀਂ, ਕਿਉਂਕਿ ਇੱਕ ਮਨੁੱਖ ਜੋ ਆ ਦੂਸਰੇ ਮਨੁੱਖ ਨੂੰ ਇੱਕ ਪਾਣੀ ਦਾ ਬਪਤਿਸਮਾ ਹੀ ਦੇ ਸਕਦਾ, ਹੋਰ ਤੇ ਕੋਈ ਦੇ ਹੀ ਨਹੀਂ ਸਕਦਾ। ਹਾਂਜੀ, ਸਮਝੇ ਨਾ। ਇਸ ਲਈ ਜਦੋਂ ਉੱਥੇ ਲਿਖਿਆ ਕਿ ਪੌਲੁਸ ਨੇ ਉਹਨਾਂ ਨੂੰ ਬਪਤਿਸਮਾ ਦਿੱਤਾ ਆ, ਉਹਨਾਂ ਨੇ ਬਪਤਿਸਮਾ ਲਿਆ ਆ, ਤਾਂ ਉਹ ਡੈਫੀਨੇਟਲੀ ਉਹ ਪਾਣੀ ਦਾ ਬਪਤਿਸਮਾ ਹੀ ਆ। ਜਦੋਂ ਫਿਲਿਪੁਸ ਜਿਹੜਾ ਆ ਬਪਤਿਸਮਾ ਦਿੰਦਾ ਆ ਤੇ ਉਸ ਵਕਤ ਉਹ ਕੀ ਆ, ਇੱਕ ਪਾਣੀ ਦੇ ਵਿੱਚ ਉਤਰਦੇ ਆ। ਹੁਣ ਪਾਣੀ ਵੀ ਹੈਗਾ ਤੇ ਤੂੰ ਵੀ ਹੈਗਾ, ਹੁਣ ਮੈਨੂੰ ਬਪਤਿਸਮਾ ਲੈਣ ਤੋਂ ਕੌਣ ਰੋਕ ਸਕਦਾ? ਤਾਂ ਉਸ ਸਮੇਂ ਉਹ ਪਾਣੀ 'ਚ ਉਤਰੇ ਆ। ਇੱਕ ਡੁਬਕੀ ਵਾਲਾ ਬਪਤਿਸਮੇ ਵਾਸਤੇ ਹੀ ਪਾਣੀ ਵਿੱਚ ਉਤਰਿਆ ਜਾਂਦਾ ਹੈ, ਸਮਝਣਾ। ਛਿੱਟੇ ਵਾਸਤੇ ਜੇ ਅਸੀਂ ਗੱਲ ਕਰੀ ਨਾ, ਜਿਸ ਤਰ੍ਹਾਂ ਅਸੀਂ ਪਿੱਛੇ ਛਿੱਟੇ ਵਾਲੇ ਬਪਤਿਸਮੇ ਦੀ ਗੱਲ ਕਰਦੇ ਆਏ ਆ, ਤਾਂ ਛਿੱਟੇ ਮਾਰਨ ਜੋਗਾ ਪਾਣੀ ਤਾਂ ਉਹਦੇ ਕੋਲ ਰੱਥ ਵਿੱਚ ਵੀ ਹੋਏਗਾ। ਇਸ ਦੇ ਨਾਲ ਇਹ ਹੋਰ ਵੀ ਇੱਕ ਆਇਤ ਲੈਂਦੇ ਆ, ਯਾਕੂਬ ਦੀ ਪੱਤਰੀ 5 ਅਧਿਆਏ ਉਸ ਦਾ 16 ਵਚਨ ਅਸੀਂ ਪੜ੍ਹਦੇ ਹਾਂ। ਇਸ ਜਗ੍ਹਾ ਤੇ ਲਿਖਿਆ, ਇਸ ਲਈ ਤੁਸੀਂ ਆਪੋ ਵਿੱਚ ਹੀ ਆਪਣੇ ਪਾਪਾਂ ਦਾ ਇਕਰਾਰ ਕਰੋ ਅਤੇ ਇੱਕ ਦੂਏ ਲਈ ਪ੍ਰਾਰਥਨਾ ਕਰੋ। ਇਹ ਵੀ ਵਚਨ ਨੂੰ ਲੈਂਦੇ ਆ ਕਿ ਲਿਖਿਆ ਆ ਕਿ ਆਪੋ ਵਿੱਚ ਹੀ ਬੈਠ ਕੇ ਤੁਸੀਂ ਆਪਣੇ ਪਾਪਾਂ ਦਾ ਕੀ ਕਰੋ? ਇਕਰਾਰ ਕਰੋ, ਸਮਝੇ ਨਾ। ਚਿੱਠੀ ਯਾਕੂਬ ਨੇ ਕਿਹਨਾਂ ਨੂੰ ਲਿਖੀ ਹੈ? ਵਿਸ਼ਵਾਸੀਆਂ ਨੂੰ। ਕਿਉਂਕਿ ਤੁਸੀਂ ਦੇਖੋ ਚਿੱਠੀ ਦੀ ਸ਼ੁਰੂਆਤ ਕਿਸ ਤਰੀਕੇ ਨਾਲ ਉਹਨੇ ਕੀਤੀ। ਪਹਿਲੇ ਅਧਿਆਏ ਦੇ ਵਿੱਚ ਪਹਿਲੀਆਂ ਆਇਤਾਂ ਤੁਸੀਂ ਪੜ੍ਹੋ
ਤੇ ਯਾਕੂਬ ਕਹਿੰਦਾ ਜਦੋਂ ਤੁਸੀਂ ਭਾਂਤ ਭਾਂਤ ਦੇ ਪਰਤਾਵਿਆਂ ਵਿੱਚ ਪਵੋ ਤੇ ਇਸ ਨੂੰ ਪੂਰਨ ਆਨੰਦ ਦੀ ਗੱਲ ਜਾਣੋ, ਹਾਂਜੀ ਕਿਉਂਕਿ ਤੁਹਾਡੀ ਨਿਸ਼ਚਾ ਦੀ ਪ੍ਰੀਖਿਆ ਕਹਿੰਦਾ ਧੀਰਜ ਬਣਾਉਂਦੀ ਆ, ਤੇ ਧੀਰਜ ਦੇ ਕੰਮ ਨੂੰ ਤੁਸੀਂ ਪੂਰਾ ਹੋ ਲੈਣ ਦਿਓ ਤਾਂ ਕਿ ਤੁਹਾਨੂੰ ਕਿਸੇ ਗੱਲ ਦੇ ਵਿੱਚ ਘਾਟਾ ਨਾ ਹੋਵੇ। ਹਾਂਜੀ ਹੁਣ ਇਹ ਗੱਲ ਕਿਹਨੂੰ ਬੋਲੀ ਜਾਂਦੀ ਹੈ? ਜਿਹੜੇ ਵਿਸ਼ਵਾਸੀ ਆ, ਜਿਹੜੇ ਅੱਛੀ ਤਰ੍ਹਾਂ ਵਚਨ ਨੂੰ ਸਿੱਖ ਚੁੱਕੇ ਆ, ਜਾਣ ਚੁੱਕੇ ਆ, ਮਸੀਹ ਨੂੰ ਬਪਤਿਸਮਾ ਲੈ ਚੁੱਕੇ ਆ, ਤੇ ਹੁਣ ਉਹ ਪ੍ਰੀਖਿਆਵਾਂ ਚੋਂ ਲੰਘਣ ਲਈ ਤਿਆਰ ਆ ਔਰ ਇਹਨਾਂ ਵਿਸ਼ਿਆਂ ਨੂੰ ਸਮਝਣ ਯੋਗ ਹੋ ਗਏ ਆ। ਇਸ ਲਈ ਯਾਕੂਬ ਅੱਗੇ ਜਾ ਕੇ ਕਹਿੰਦਾ ਕਿ ਧੰਨ ਹੈ ਉਹ ਮਨੁੱਖ ਜਿਹੜਾ ਪਰਤਾਵੇ ਨੂੰ ਸਹਿ ਲੈਂਦਾ ਹੈ, ਕਿਉਂਕਿ ਜਦੋਂ ਖਰਾ ਨਿਕਲਦਾ ਹੈ ਤੇ ਉਹਨੂੰ ਖੁਦਾ ਦੇ ਵੱਲੋਂ ਜੋ ਆ ਉਹਨਾਂ ਨੂੰ ਕੀ ਹੈ ਇੱਕ ਜੀਵਨ ਦਾ ਮੁਕਟ ਜਿਹੜਾ ਕੀ ਆ ਦਿੱਤਾ ਜਾਂਦਾ ਹੈ। ਹਾਂਜੀ ਸਮਝੇ? ਤਾਂ ਯਾਕੂਬ ਜਿਨ੍ਹਾਂ ਨੂੰ ਲਿਖ ਰਿਹਾ ਉਹ ਲੋਕ ਆਲਰੇਡੀ ਬਪਤਿਸਮਾ ਪਾਏ ਹੋਏ ਆ, ਆਲਰੇਡੀ ਉਹ ਪਰਮੇਸ਼ਰ ਦੇ ਵਿੱਚ ਆ ਚੁੱਕੇ ਆ। ਹਾਂਜੀ ਸੋ ਜਦੋਂ ਬਪਤਿਸਮਾ ਇੱਕ ਵਿਅਕਤੀ ਪਾ ਲੈਂਦਾ ਆ, ਪ੍ਰਭੂ ਦੇ ਵਿੱਚ ਆ ਜਾਂਦਾ ਆ, ਉਸ ਤੋਂ ਬਾਅਦ ਵੀ ਉਹਦੇ ਕੋਲੋਂ ਗਲਤੀ ਹੋ ਸਕਦੀ ਆ, ਉਹਦੇ ਕੋਲੋਂ ਕੋਈ ਗਲਤੀ ਗੁਨਾਹ ਹੋ ਸਕਦਾ ਹੈ, ਇਹ ਨਹੀਂ ਹੈ ਕਿ ਨਹੀਂ ਹੋ ਸਕਦਾ। ਤਾਂ ਉਸ ਸਿਚੁਏਸ਼ਨ ਦੇ ਵਿੱਚ, ਉਸ ਕੰਡੀਸ਼ਨ ਦੇ ਵਿੱਚ ਜੋ ਆ ਉਹਨਾਂ ਨੇ ਕੀ ਕਰਨਾ ਆ, ਉਹ ਚੀਜ਼ ਯਾਕੂਬ ਉਹਨਾਂ ਨੂੰ ਦੱਸ ਰਿਹਾ ਆ। ਕਈ ਵਾਰੀ ਕੀ ਹੁੰਦਾ ਆ ਕਿ ਜਦੋਂ ਅਸੀਂ ਆਪਣੇ ਦਿਲ 'ਚ ਹੀ ਕਈ ਗੱਲਾਂ ਨੂੰ ਦਬਾ ਰੱਖਦੇ ਹਾਂ ਤੇ ਉਹ ਸਾਡੇ ਦਿਲ ਵਿੱਚ ਕਈ ਵਾਰੀ ਬੜੀ ਡੂੰਘੀ ਜੜ ਫੜ ਲੈਂਦੀ ਆ। ਅਸੀਂ ਆਪਣੀ ਨਿਰਾਸ਼ਾ ਨੂੰ, ਅਸੀਂ ਆਪਣੇ ਅੰਦਰ ਦੀ ਹਰਾਸਮੈਂਟ ਨੂੰ ਕਈ ਵਾਰੀ ਦੂਸਰੇ ਵਿਸ਼ਵਾਸੀਆਂ ਦੇ ਨਾਲ ਸਾਂਝਾ ਹੀ ਨਹੀਂ ਕਰਦੇ, ਤੇ ਅੰਦਰ ਹੀ ਅੰਦਰ ਇੱਕ ਚੀਜ਼ ਸਾਨੂੰ ਖਾਈ ਜਾਂਦੀ ਆ, ਤੇ ਅਸੀਂ ਬਾਹਰੀ ਤੌਰ ਤੇ ਇੱਕ ਦਿਖਾਵਾ ਜ਼ਰੂਰ ਕਰੀ ਜਾਂਦੇ ਆ ਕਿ ਅਸੀਂ ਖੁਸ਼ ਹਾਂ, ਅਸੀਂ ਆਨੰਦਿਤ ਹਾਂ, ਅਸੀਂ ਪ੍ਰਭੂ ਦੇ ਵਿੱਚ ਚੱਲ ਰਹੇ ਹਾਂ, ਅਸੀਂ ਪ੍ਰਾਰਥਨਾ ਕਰ ਰਹੇ ਹਾਂ, ਪਰ ਅਕਚਲ 'ਚ ਸਾਡੀ ਅੰਦਰ ਦੀ ਦਸ਼ਾ ਕੀ ਹੁੰਦੀ ਆ ਉਹ ਖੁਦਾ ਹੀ ਜਾਣਦਾ ਹੈ ਜਾਂ ਅਸੀਂ ਜਾਣਦੇ ਹਾਂ। ਸਮਝੇ ਨਾ? ਮਤਲਬ ਸਾਹਮਣੇ ਮਸੀਹੀ ਲੋਕਾਂ ਦੇ ਆਉਂਦੇ ਆ ਤੇ ਖੁਸ਼ ਨਜ਼ਰ ਆਉਣ ਦੀ ਕੋਸ਼ਿਸ਼ ਕਰਦੇ ਹੈਗੇ, ਪਰ ਅੰਦਰ ਹੀ ਅੰਦਰ ਅਸੀਂ ਬਹੁਤ ਜ਼ਿਆਦਾ ਟੁੱਟੇ ਹੁੰਦੇ ਹਾਂ। ਤਾਂ ਕਈ ਵਾਰੀ ਅੰਦਰ ਹੀ ਅੰਦਰ ਇੱਕ ਚੀਜ਼ ਸਾਨੂੰ ਖਾ ਜਾਂਦੀ ਹੈ। ਪਰ ਜਦੋਂ ਇੱਕ ਵਿਸ਼ਵਾਸੀ ਆਪਣੇ ਦੁੱਖ ਨੂੰ, ਆਪਣੀ ਤਕਲੀਫ ਨੂੰ, ਆਪਣੇ ਇਸ ਤਰ੍ਹਾਂ ਦਾ ਕਿਸੇ ਚੀਜ਼ ਨੂੰ ਕਿ ਹਾਂ ਕਿ ਕੋਈ ਬਦੀ, ਕੋਈ ਪਾਪ ਮੈਨੂੰ ਦਬਾ ਰਿਹਾ ਆ, ਉਹ ਜਦੋਂ ਵਿਸ਼ਵਾਸੀਆਂ ਦੇ ਵਿੱਚ ਲੈ ਕੇ ਆਉਂਦਾ ਆ, ਚਰਚਾ ਕਰਦਾ ਆ, ਤੇ ਹਮੇਸ਼ਾ ਹੀ ਉਹਨੂੰ ਇੱਕ ਰਾਹਤ ਮਿਲਦੀ ਹੈ, ਹਮੇਸ਼ਾ ਦੂਸਰਿਆਂ ਦੇ ਕੋਲੋਂ ਉਹਨੂੰ ਇੱਕ ਤਸੱਲੀ ਮਿਲਦੀ ਆ, ਦੂਸਰਿਆਂ ਦੇ ਕੋਲੋਂ ਕੋਈ ਵਚਨਾਂ ਦੇ ਦੁਆਰਾ ਉਹਨੂੰ ਦਿਲਾਸਾ ਮਿਲਦਾ ਆ। ਤਾਂ ਬੜੀ ਆਸਾਨੀ ਦੇ ਨਾਲ ਕਈ ਵਾਰੀ ਇੱਕ ਵਿਸ਼ਵਾਸੀ ਫਿਰ ਆਪਣੇ ਅੰਦਰ ਦੀ ਹਰਾਸਮੈਂਟ ਨੂੰ, ਆਪਣੇ ਅੰਦਰ ਦੀ ਨਿਰਾਸ਼ਾ ਨੂੰ ਜੋ ਆ ਆਪਣੇ ਅੰਦਰੋਂ ਨਿਕਲਦਾ ਉਹ ਦੇਖਦਾ ਹੈ। ਤਾਂ ਇਹ ਚੀਜ਼ ਯਾਕੂਬ ਨੇ ਸਿਖਾਈ ਆ ਕਿ ਤੁਸੀਂ ਆਪਸ ਵਿੱਚ ਬੈਠ ਕੇ, ਜੇ ਕੋਈ ਤੁਹਾਡੇ ਜੀਵਨ 'ਚ ਕੋਈ ਪਾਪ ਐਸਾ ਆ ਗਿਆ ਆ, ਤੇ ਚਰਚਾ ਕਰੋ ਤੇ ਇੱਕ ਦੂਸਰੇ ਲਈ ਪ੍ਰਾਰਥਨਾ ਕਰੋ। ਪਰ ਇਹਨਾਂ ਨੇ ਮਤਲਬ ਇਹਨਾਂ ਐਸੇ ਵਚਨਾਂ ਨੂੰ ਲੈ ਕੇ ਤੇ ਕਿੱਧਰ ਨੂੰ ਮੋੜ ਦਿੱਤਾ ਕਿ ਇਹ ਵਚਨ ਦੱਸ ਰਹੇ ਕਿ ਸਾਨੂੰ ਬਪਤਿਸਮੇ ਦੀ ਲੋੜ ਨਹੀਂ। ਹਾਂਜੀ ਹਾਂਜੀ ਇਹ ਤੇ ਉਹਨਾਂ ਨੂੰ ਸਿਖਾਇਆ ਜਾ ਰਿਹਾ ਜਿਹੜੇ ਆਲਰੇਡੀ ਬਪਤਿਸਮਾ ਕੀ ਲੈ ਚੁੱਕੇ ਆ। ਸਮਝੇ ਨਾ? ਇਸ ਲਈ ਜੇ ਪਹਿਲੀ ਸਦੀ ਦੇ ਵਿੱਚ ਪ੍ਰਭੂ ਯੀਸ਼ੂ ਮਸੀਹ ਨੇ ਆਗਿਆ ਦਿੱਤੀ ਆ ਕਿ ਬਪਤਿਸਮਾ ਜਿਹੜਾ ਆ ਤੁਸੀਂ ਦਿਓ, ਠੀਕ ਹੈ ਨਾ, ਤੇ ਉਹ ਜਿਹੜੀ ਆਗਿਆ ਸੀ ਉਹ ਕੋਈ ਟੈਂਪਰੇਰੀ ਆਗਿਆ ਨਹੀਂ ਸੀ ਕਿ ਹਾਂ ਕਿ 200-300 ਸਾਲ ਤੱਕ ਦੇ ਵਿਸ਼ਵਾਸੀਆਂ ਲਈ ਆਗਿਆ ਕਿ ਬਪਤਿਸਮਾ ਦੇ ਦਿਓ ਤੇ 200-300 ਸਾਲਾਂ ਤੋਂ ਬਾਅਦ ਇਹਦੀ ਜ਼ਰੂਰਤ ਖਤਮ ਹੋ ਜਾਣੀ। ਜੇ ਪਹਿਲੀ ਸਦੀ ਦੀ ਕਲੀਸਿਆ ਨੂੰ ਬਪਤਿਸਮੇ ਦੀ ਜ਼ਰੂਰਤ ਸੀ ਤੇ 21ਵੀਂ ਸਦੀ ਦੀ ਕਲੀਸਿਆ ਨੂੰ ਵੀ ਬਪਤਿਸਮੇ ਦੀ ਉਨੀ ਜ਼ਰੂਰਤ ਹੈ। ਸਮਝੇ ਨਾ? ਕਿਉਂਕਿ ਜੋ ਲਿਖਤ ਆ, ਜੋ ਪਵਿੱਤਰ ਬਾਈਬਲ ਆ, ਉਸ ਦੇ ਵਿੱਚ ਨਾ ਤਾਂ ਅਸੀਂ ਕੁਝ ਘਟਾ ਸਕਦੇ ਹਾਂ ਤੇ ਨਾ ਹੀ ਉਹਦੇ ਵਿੱਚ ਅਸੀਂ ਕੁਝ ਵਧਾ ਸਕਦੇ ਹਾਂ। ਇਸ ਲਈ ਜਦੋਂ ਅਸੀਂ ਦੇਖਦੇ ਹਾਂ ਨਾ ਪ੍ਰਭੂ ਯੀਸ਼ੂ ਮਸੀਹ ਦੇ ਮੁਰਦਿਆਂ ਵਿੱਚੋਂ ਜੀ ਉੱਠਣ ਤੋਂ ਪਹਿਲਾਂ ਅਸੀਂ ਪ੍ਰਭੂ ਦੀਆਂ ਕੁਝ ਆਗਿਆਵਾਂ ਦੇਖਦੇ ਹਾਂ ਜਿਹੜੀਆਂ ਟੈਂਪਰੇਰੀ ਸੀ, ਕਿਉਂਕਿ ਪ੍ਰਭੂ ਜਾਣਦਾ ਸੀ ਕਿ ਅਜੇ ਜਿਹੜੇ ਕੰਮ ਲਈ ਮੈਂ ਆਇਆ ਵਾਂ ਉਹ ਕੰਮ ਅਜੇ ਪੂਰਾ ਨਹੀਂ ਹੋਇਆ, ਅਜੇ ਮੈਂ ਜਾਨ ਦੇਣੀ ਆ, ਅਜੇ ਮੈਂ ਮੌਤ ਦੇ ਉੱਤੇ ਫਤਿਹ ਹਾਸਲ ਕਰਨੀ ਆ, ਅਜੇ ਮੈਂ ਸ਼ੈਤਾਨ ਦੇ ਕੋਲੋਂ, ਮੌਤ ਤੇ ਪਤਾਲ ਦੀਆਂ ਕੁੰਜੀਆਂ ਉਹਦੇ ਕੋਲੋਂ ਮੈਂ ਹਥਿਆਉਣੀਆਂ ਆ। ਤਾਂ ਬੜੇ ਕੰਮ ਅਜੇ ਹੋਣੇ ਬਾਕੀ ਆ। ਇਸ ਲਈ ਪ੍ਰਭੂ ਨੇ ਕੁਝ ਆਗਿਆਵਾਂ ਦਿੱਤੀਆਂ ਜਿਹੜੀਆਂ ਟੈਂਪਰੇਰੀ ਸੀ। ਜਿਸ ਤਰ੍ਹਾਂ ਪ੍ਰਭੂ ਯੀਸ਼ੂ ਮਸੀਹ ਨੇ ਆਪਣੇ ਚੇਲਿਆਂ ਨੂੰ ਕਿਹਾ ਕਿ ਤੁਸੀਂ ਪਰਾਈਆਂ ਕੌਮਾਂ ਦੇ ਰਾਹ ਨਹੀਂ ਜਾਣਾ, ਤੁਸੀਂ ਸਿਰਫ ਇਸਰਾਇਲ ਦੀਆਂ ਗਵਾਚੀਆਂ ਹੋਈਆਂ ਭੇਡਾਂ ਦੇ ਕੋਲ ਜਾਓ। ਤਾਂ ਉਹ ਇੱਕ ਆਗਿਆ ਸੀ ਪ੍ਰਭੂ ਦੀ, ਪਰ ਉਹ ਇੱਕ ਟੈਂਪਰੇਰੀ ਆਗਿਆ ਸੀ, ਪਰਮਾਨੈਂਟ ਨਹੀਂ ਸੀ ਉਹ। ਕਿਉਂ? ਕਿਉਂਕਿ ਕੁਝ ਸਮੇਂ ਦੇ ਲਈ ਪ੍ਰਭੂ ਨੇ ਆਗਿਆ ਦਿੱਤੀ ਆ ਕਿ ਪਰਾਈਆਂ ਕੌਮਾਂ ਦੇ ਰਾਹ ਨਹੀਂ ਜਾਣਾ। ਪ੍ਰਭੂ ਨੇ ਕਿਹਾ ਜਦੋਂ ਤੱਕ ਤੁਸੀਂ ਉੱਪਰੋਂ ਸ਼ਕਤੀ ਨਾ ਪਾਓ ਤੁਸੀਂ ਯਰੂਸ਼ਲਮ ਤੋਂ ਬਾਹਰ ਨਾ ਜਾਓ। ਹੁਣ ਉਹ ਇੱਕ ਟੈਂਪਰੇਰੀ ਆਗਿਆ ਹੈ ਕਿ ਯਰੂਸ਼ਲਮ ਦੇ ਵਿੱਚ ਰਹਿਣਾ ਆ, ਪਰ ਕਦੋਂ ਤੱਕ? ਜਦੋਂ ਤੱਕ ਉੱਪਰੋਂ ਸ਼ਕਤੀ ਤੁਸੀਂ ਨਾ ਪਾਓ, ਪਵਿੱਤਰ ਆਤਮਾ ਨਾ ਪਾਓ। ਸਮਝੇ ਨਾ? ਪਰ ਜਦੋਂ ਪ੍ਰਭੂ ਯੀਸ਼ੂ ਮਸੀਹ ਨੇ ਸਲੀਬ ਤੇ ਜਾਨ ਦਿੱਤੀ ਆ, ਔਰ ਜਾਨ ਦੇਣ ਤੋਂ ਠੀਕ ਪਹਿਲਾਂ ਹੀ ਪ੍ਰਭੂ ਯੀਸ਼ੂ ਮਸੀਹ ਨੇ ਕਿਹਾ ਪੂਰਾ ਹੋਇਆ।
ਹਨਾ, ਜੋ ਕੰਮ ਨੂੰ ਸੌਂਪਿਆ ਗਿਆ ਉਹ ਪੂਰਾ ਹੋ ਗਿਆ, ਸ਼ਰ੍ਹਾ ਪੂਰੀ ਹੋ ਗਈ, ਵਿਵਸਥਾ ਪੂਰੀ ਹੋ ਗਈ, ਸਾਰੀ ਡਿਮਾਂਡਸ, ਸਾਰੀ ਉਹਦੀ ਮੰਗ ਪੂਰੀ ਹੋ ਗਈ। ਸੋ ਮੁਰਦਿਆਂ ਵਿੱਚ ਪ੍ਰਭੂ ਜੀ ਉੱਠਿਆ। ਹੁਣ ਜੀ ਉੱਠਣ ਤੋਂ ਬਾਅਦ ਇੱਕ ਪ੍ਰਭੂ ਨੇ ਆਗਿਆ ਦਿੱਤੀ ਆ ਕਿ ਕੌਮਾਂ ਵਿੱਚ ਜਾਓ। ਪਹਿਲੋਂ ਕਿਹਾ ਸੀ ਪਰਾਈਆਂ ਕੌਮਾਂ ਦੇ ਨਾਲ ਨਹੀਂ ਜਾਣਾ, ਹਨਾ, ਉਹ ਕਿਸੇ ਇੱਕ ਟੈਂਪਰੇਰੀ ਆਗਿਆ ਸੀ। ਕਿਉਂ? ਪ੍ਰਭੂ ਨੂੰ ਪਤਾ ਸੀ ਮੈਂ ਹਜੇ ਜਿਹੜੇ ਕੰਮ ਕਰਨੇ ਉਹ ਜੇ ਹੁਣ ਬਾਕੀ ਜਦੋਂ ਹੋ ਜਾਣਗੇ ਤੇ ਫਿਰ ਇਹ ਆਗਿਆ ਆਟੋਮੈਟਿਕਲੀ ਕੀ ਹੋ ਜਾਏਗੀ, ਖਤਮ ਹੋ ਜਾਏਗੀ। ਇਸ ਆਗਿਆ ਨੂੰ ਰਿਪਲੇਸ ਕਰੇਗੀ ਕਿਹੜੀ ਆਗਿਆ? ਪਰਮਾਨੈਂਟ ਆਗਿਆ। ਸਮਝੇ? ਉਹ ਕਿਹੜੀ ਆਗਿਆ? ਕੌਮਾਂ 'ਚ ਜਾਓ। ਕਿਹੜੀ ਕੌਮ? ਕੋਲ ਕਿਸੇ ਕੌਮ ਦਾ ਨਾਮ ਨਹੀਂ। ਕੌਮਾਂ 'ਚ ਜਾਓ, ਸਿਖਾਓ ਤੇ ਉਹਨਾਂ ਨੂੰ ਬਪਤਿਸਮਾ ਦਿਓ। ਹੁਣ ਇਹ ਆ ਪਰਮਾਨੈਂਟ ਆਗਿਆ। ਹੁਣ ਇਸ ਤੋਂ ਬਾਅਦ ਇਹੋ ਜਿਹਾ ਕੁਛ ਨਹੀਂ ਹੋਣਾ ਕਿ ਜਿੱਦ ਤੋਂ ਬਾਅਦ ਇਹਨਾਂ ਆਗਿਆਵਾਂ ਵਿੱਚ ਫੇਰ ਤਬਦੀਲੀ ਕਰਨ ਦੀ ਜ਼ਰੂਰਤ ਪਏ। ਇਸ ਤੋਂ ਬਾਅਦ ਹੁਣ ਇੱਕੋ ਹੀ ਕੰਮ ਹੋਣਾ ਆ। ਉਹ ਕੀ ਹੋਣਾ? ਪ੍ਰਭੂ ਯੀਸ਼ੂ ਮਸੀਹ ਨੇ ਜਦੋਂ ਬੱਦਲਾਂ ਤੇ ਆਉਣਾ ਤੇ ਕਲੀਸਿਆ ਉਠਾ ਲਈ ਜਾਣੀ ਹੈ। ਇਸ ਤੋਂ ਬਾਅਦ ਹੁਣ ਇਹੋ ਹੀ ਕੰਮ ਹੋਣਾ ਹੈ। ਠੀਕ ਹੈ? ਤਾਂ ਇਸ ਦੇ ਵਿੱਚ ਕੁਝ ਵੀ ਐਸਾ ਨਹੀਂ ਹੋਇਆ ਕਿ ਜਿਹਦੇ ਤੋਂ ਬਾਅਦ ਅਸੀਂ ਕਹੀਏ ਕਿ ਇਸ ਤੋਂ ਪਹਿਲੋਂ ਦੇ ਲੋਕਾਂ ਨੂੰ ਬਪਤਿਸਮੇ ਦੀ ਲੋੜ ਸੀ ਤੇ ਹੁਣ ਇਸ ਤੋਂ ਬਾਅਦ ਦੇ ਲੋਕਾਂ ਨੂੰ ਬਪਤਿਸਮੇ ਦੀ ਲੋੜ ਨਹੀਂ ਆ। ਇਸ ਤਰ੍ਹਾਂ ਦਾ ਕੋਈ ਵੀ ਇਹੋ ਜਿਹਾ ਬ੍ਰੇਕ ਥਰੂ, ਇਹੋ ਜਿਹਾ ਕੋਈ ਵੀ ਚੀਜ਼ ਜਿਹੜੀ ਨਹੀਂ ਹੋਈ। ਤੇ ਨਾ ਹੀ ਵਚਨ ਦੇ ਵਿੱਚ ਕੋਈ ਐਸਾ ਇੰਡੀਕੇਟਰ ਸਾਨੂੰ ਮਿਲਦਾ ਆ, ਕੋਈ ਐਸਾ ਸਾਨੂੰ ਪਰਮੇਸ਼ਰ ਵੱਲੋਂ ਇਸ਼ਾਰਾ ਸਾਨੂੰ ਕੋਈ ਨਹੀਂ ਮਿਲਦਾ ਕਿ ਜਿਹਦੇ 'ਚ ਅਸੀਂ ਕਹੀਏ ਕਿ ਇਹ ਵੀ ਆਗਿਆ ਟੈਂਪਰੇਰੀ ਸੀ। ਉਹ ਇੱਕ ਪਰਮਾਨੈਂਟ ਆਗਿਆ ਆ, ਉਹ ਕੋਈ ਟੈਂਪਰੇਰੀ ਆਗਿਆ ਨਹੀਂ ਆ। ਉਹ ਉਦੋਂ ਤੱਕ ਕਾਇਮ ਰਹੇਗੀ ਜਦੋਂ ਤੱਕ ਕਲੀਸਿਆ ਤਿਆਰ ਨਹੀਂ ਹੋ ਜਾਂਦੀ ਤੇ ਜਦੋਂ ਤੱਕ ਪ੍ਰਭੂ ਯੀਸ਼ੂ ਮਸੀਹ ਆਪਣੀ ਕਲੀਸਿਆ ਨੂੰ, ਆਪਣੀ ਦੁਲਹਨ ਨੂੰ ਸਵਰਗ ਵਿੱਚ ਨਹੀਂ ਉਠਾ ਲੈਂਦਾ। ਇਸ ਤਰੀਕੇ ਨਾਲ ਮਤਲਬ ਇਹ ਜਿਹੜੇ ਲੋਕ ਅੱਜ ਬਪਤਿਸਮੇ ਨੂੰ ਇਨਕਾਰੀ ਆ, ਬਪਤਿਸਮਾ ਨਹੀਂ ਦੇ ਰਹੇ ਜਾਂ ਕੋਈ ਬਪਤਿਸਮਾ ਲੈ ਨਹੀਂ ਰਿਹਾ, ਠੀਕ ਹੈ, ਇਹ ਪੂਰੀ ਤਰ੍ਹਾਂ ਵਚਨ ਦਾ ਉਲੰਘਣ ਕਰ ਰਹੇ। ਇਸ ਲਈ ਇਹਨਾਂ ਦਾ ਉद्धार, ਇਹਨਾਂ ਦੀ ਮੁਕਤੀ ਖਤਰੇ ਦੇ ਵਿੱਚ ਆ। ਸੋ ਜੋ ਵੀ ਅਸੀਂ ਬਪਤਿਸਮੇ ਦੇ ਵਿਸ਼ੇ ਦੇ ਵਿੱਚ ਸਵਾਲ ਜਵਾਬ ਸਿੱਖੇ ਆ, ਸੋ ਅਸੀਂ ਉਮੀਦ ਕਰਦੇ ਹਾਂ ਕਿ ਤੁਸੀਂ ਬਹੁਤ ਕੁਝ ਸਿੱਖਿਆ ਹੋਵੇਗਾ ਇਸ ਵਿੱਚੋਂ, ਔਰ ਇਸ ਵਿਸ਼ੇ ਨੂੰ ਅਸੀਂ ਇਸੇ ਤਰ੍ਹਾਂ ਜਾਰੀ ਰੱਖਾਂਗੇ। ਸੋ ਬਪਤਿਸਮੇ ਦੇ ਵਿਸ਼ੇ 'ਚ ਅਗਰ ਕੋਈ ਵੀ ਤੁਹਾਡਾ ਸਵਾਲ ਆ, ਤੁਸੀਂ ਕਮੈਂਟ ਬਾਕਸ ਦੇ ਵਿੱਚ ਪੁੱਛ ਸਕਦੇ ਜੇ, ਅਸੀਂ ਤੁਹਾਡੇ ਸਵਾਲ ਦਾ ਜਵਾਬ ਦੇਵਾਂਗੇ। ਸੋ ਇਹਨਾਂ ਵਚਨਾਂ ਦੇ ਦੁਆਰਾ ਪਰਮੇਸ਼ਰ ਤੁਹਾਨੂੰ ਬਹੁਤ ਸਾਰੀ ਆਸ਼ੀਸ਼ ਦੇਵੇ। ਸਭ ਨੂੰ ਜੈ ਮਸੀਹ।